ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ। ਸਿਮਰਾਓ ਅੰਗਦ ਦੁਖ ਨਿਕੰਦਨ। ਅਮਰਦਾਸ ਗੁਰ ਹਿਰਦੇ ਧਿਆਵਾਂ, ਹਿਰਦੇ ਧਿਆਵਾਂ। ਸ੍ਰੀ ਗੁਰ ਰਾਮਦਾਸ ਗੁਣ ਗਾਵਾਂ। ਸ੍ਰੀ ਅਰਜਨ ਬਿਗਨਨ ਕੇ ਨਾਸ਼ਕ, ਬਿਗਨਨ ਕੇ ਨਾਸ਼ਕ। ਹਰਿ ਗੋਬਿੰਦ ਸ਼ੁਭ ਸਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਾਮ ਕਾਰ ਜੋਰੀ, ਨਾਮ ਕਾਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੁ। ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ। ਧਰਹੁ ਧਰਾ ਪਰ ਪੁੰਨ ਪੁੰਨ ਸੀਸਾ, ਪੁੰਨ ਪੁੰਨ ਸੀਸਾ। ਬੰਦਾ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਉਦਡ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕਉ ਬੰਦਨਾ, ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ तेह प्रसाद सच होए। वाहेगुरु जी की
ਫਤਿਹ। ਵਿਗਨ ਵਿਨਾਸ਼ਨ ਸੋਏ। ਏਕ ਓੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਗਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਜੀਤ ਮਲ ਕੇ ਤੀਰ ਸੋ ਹਰੀ ਚੰਦ ਮੁਰਝਾਏ। ਸਨੇ ਸਨੇ ਲਹਿ ਚੇਤਨਾ ਦੇਖੇ ਖਾਨ ਪਰਾਏ। ਜੀਤ ਮਲ ਕੇ ਤੀਰ ਸੋ ਹਰੀ ਚੰਦ ਮੁਰਝਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਦੀਨਾ ਬੰਧੂ ਸਤਿਗੁਰੂ। ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ। ਖੰਡਾਂ ਬ੍ਰਹਮੰਡਾਂ ਦੇ ਮਾਲਕ ਜੁਗੋ ਜੁਗ ਅਟਲ ਧਰਤੀ ਨੂੰ ਧੀਰਜ ਬਖਸ਼ਣ ਵਾਲੇ। ਲੋਕ ਪਰਲੋਕ ਦੇ ਰੱਖਿਅਕ ਚਵਰ ਛਤਰ ਤਖਤ ਦੇ ਮਾਲਕ ਸਿੰਘਾਸਣਾ ਉੱਪਰ ਸੁਭਾਏ ਮਾਨ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦੇ ਜਗ ਬਵਰਾਨੰ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੰਮ੍ਰਿਤ ਕੇ ਦਾਤੇ। ਸਰਬੰਸ ਦਾਨੀ ਸ਼ਮਸ਼ੇਰੇ ਬਹਾਦਰ ਮਰਦ ਅਗਮੜੇ ਯੋਧੇ। ਤਿੰਨਾਂ ਵੱਲੋਂ ਵਰੋਸਾਈ ਸੰਪਰਦਾਏ ਦਾਮਦਮੀ ਟਕਸਾਲ। ਦਾਮਦਮੀ ਟਕਸਾਲ ਦੇ ਮਹਾਨ ਪੂਰਨ ਬ੍ਰਹਮ ਗਿਆਨੀ ਸੇਵਾ ਦੀ ਮੂਰਤ ਸ੍ਰੀਮਾਨ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ। ਤਿੰਨਾਂ ਮਹਾਂਪੁਰਖਾਂ ਦੇ ਪਾਵਨ ਪਵਿੱਤਰ ਯਾਦਗਾਰ ਅਸਥਾਨ ਗੁਰਦੁਆਰਾ ਅਕਾਲ ਦਰਬਾਰ ਗੁਰਮਤਿ ਵਿਦਿਆਲਾ ਦਾਮਦਮੀ ਟਕਸਾਲ ਸੱਦਰ ਵਾਲੇ ਵਿਖੇ ਸਤਿਗੁਰੂ ਸਾਹਿਬ ਜੀਆਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ। ਗੁਰੂ ਸਵਾਰੇ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀਓ, ਆਪ ਜੀ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹੋ ਜੋ ਰੋਜ਼ਾਨਾ ਦੀ ਤਰ੍ਹਾਂ ਸੰਧਿਆ ਵੇਲੇ ਦੇ ਪਾਵਨ ਪਵਿੱਤਰ ਦੀਵਾਨ ਸਜਾਏ ਜਾਂਦੇ। ਸੱਜੇ ਹੋਏ ਦੀਵਾਨਾਂ ਦੇ ਵਿੱਚ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਜੋ ਮਹਾਨ ਕਥਾ ਵਿਚਾਰ ਹੈ, ਸੋ ਉਸ ਨੂੰ ਆਪ ਜੀ ਸ਼ਰਵਣ ਕਰਦੇ ਹੋ, ਲਾਹੇ ਪ੍ਰਾਪਤ ਕਰਦੇ ਹੋ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਜੋ ਪਾਵਨ ਪਵਿੱਤਰ ਇਤਿਹਾਸ ਮੁੱਢ ਤੋਂ ਆਪ ਜੀ ਸ਼ਰਵਣ ਕਰ ਰਹੇ ਹੋ। ਦਸ਼ਮੇਸ਼ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੋ ਸ੍ਰੀ ਅਨੰਦਪੁਰ ਸਾਹਿਬ ਤੋਂ ਨਾਹਣ ਦਾ ਰਾਜਾ ਜੋ ਮੇਦਨੀ ਪ੍ਰਕਾਸ਼ ਹੈ, ਉਸ ਦੀ ਬੇਨਤੀ ਨੂੰ ਪ੍ਰਵਾਨ ਕੀਤਾ ਹੈ। ਸੱਚੇ ਪਾਤਸ਼ਾਹ ਜੀ
ਆਪ ਜੀ ਨਾਹਨ ਦੇਸ਼ ਵਿਖੇ ਆਏ ਹੋ। ਆਪ ਜੀਆਂ ਨੇ ਇੱਥੇ ਆ ਕਰਕੇ ਮੇਦਨੀ ਪ੍ਰਕਾਸ਼ ਜਿਹੜਾ ਰਾਜਾ ਸੀ ਉਸ ਦੀ ਬੇਨਤੀ ਨੂੰ ਪ੍ਰਵਾਨ ਕੀਤਾ ਹੈ। ਇੱਥੇ ਸੁੰਦਰ ਜਿਹੜਾ ਪਾਉਂਟਾ ਸਾਹਿਬ ਵਾਲਾ ਸਥਾਨ ਆਪ ਜੀ ਨੇ ਬਣਵਾਇਆ ਹੈ, ਸੁੰਦਰ ਕਿਲ੍ਹਾ ਬਣਵਾਇਆ ਹੈ। ਆਪ ਜੀਆਂ ਨੇ ਹੀ ਸ੍ਰੀਨਗਰ ਦਾ ਜਿਹੜਾ ਰਾਜਾ ਫਤਿਹ ਸ਼ਾਹ ਸੀ, ਮੇਦਨੀ ਪ੍ਰਕਾਸ਼ ਅਤੇ ਫਤਿਹ ਸ਼ਾਹ ਦੀ ਹੱਦ ਕਰਕੇ ਲੜਾਈ ਹੁੰਦੀ ਰਹਿੰਦੀ ਸੀ। ਉਹ ਇੱਕ ਸੀਮਾ ਦੀ ਜਿਹੜੀ ਹੱਦ ਸੀ, ਦੇਸ਼ ਦੀ ਹੱਦ ਸੀ, ਉਸ ਦੀ ਲੜਾਈ ਨੂੰ ਆਪ ਜੀਆਂ ਨੇ ਮੁਕਾਇਆ ਹੈ। ਦੋਨਾਂ ਦੀ ਸੰਧੀ ਕਰਾਈ ਹੈ, ਪੱਗ ਵੱਟ ਭਰਾ ਬਣਾ ਦਿੱਤਾ ਹੈ ਆਪ ਜੀਆਂ ਨੇ। ਸੋ ਇਸੇ ਤਰ੍ਹਾਂ ਹੀ ਸੱਚੇ ਪਾਤਸ਼ਾਹ ਜੀਆਂ ਨੇ ਜਿਹੜਾ ਸ਼੍ਰੀਨਗਰ ਦਾ ਫਤਿਹ ਸ਼ਾਹ ਰਾਜਾ ਸੀ, ਉਸ ਦੀ ਪੁੱਤਰੀ ਦਾ ਆਨੰਦ ਕਾਰਜ ਸੀ। ਸੱਚੇ ਪਾਤਸ਼ਾਹ ਜੀਆਂ ਨੇ 1.25 ਲੱਖ ਦਾ ਨਿਆਉਂਦਾ ਦੇ ਕਰਕੇ ਭੇਜਿਆ ਸੀ। ਇੱਧਰ ਜਿਹੜਾ ਭੀਮ ਚੰਦ ਰਾਜਾ ਸੀ, ਕਹਿਲੂਰੀ ਰਾਜਾ, 22 ਧਾਰ ਦਾ ਭੀਮ ਚੰਦ ਰਾਜਾ, ਜਦੋਂ ਸ਼੍ਰੀਨਗਰ ਦੇ ਰਾਜੇ ਫਤਿਹ ਸ਼ਾਹ ਦੇ ਘਰ ਆਪਣੇ ਪੁੱਤਰ ਦੀ ਬਰਾਤ ਲੈ ਕਰਕੇ ਢੁਕਣ ਚੱਲਿਆ ਸੀ, ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਉਸ ਦਾ ਰਸਤਾ ਰੋਕਿਆ ਹੈ। ਸੋ ਸੱਚੇ ਪਾਤਸ਼ਾਹ ਜੀ ਦੇ ਅੱਗੇ ਸੂਰਮੇ ਹਨ, ਇਹ ਡਰ ਗਿਆ ਹੈ। ਇਸੇ ਤਰ੍ਹਾਂ ਹੀ ਆਪ ਦੂਸਰੇ ਰਸਤੇ ਥਾਣੀ ਵਲ ਕੇ ਗਿਆ ਹੈ, ਪੁੱਤਰ ਨੂੰ ਕੱਲਿਆਂ ਨੂੰ ਭੇਜ ਦਿੱਤਾ। ਸੱਚੇ ਪਾਤਸ਼ਾਹ ਜੀ ਨੇ ਬਖਸ਼ ਦਿੱਤਾ ਹੈ। ਇਸ ਦੇ ਮੰਤਰੀ ਸਹਿਤ ਇਹਦਾ ਜਿਹੜਾ ਪੁੱਤਰ ਸੀ ਭੀਮ ਚੰਦ ਦਾ, ਇਸ ਨੂੰ ਮਾਫ ਕਰ ਦਿੱਤਾ, ਭਾਵ ਇਸ ਨੂੰ ਭੇਜ ਦਿੱਤਾ ਸੱਚੇ ਪਾਤਸ਼ਾਹ ਜੀ ਨੇ। ਸੋ ਮਨ ਦੇ ਵਿੱਚ ਇਹ ਗੁੱਸਾ ਰੱਖਿਆ ਸੀ ਭੀਮ ਚੰਦ ਰਾਜੇ ਨੇ ਕਿ ਸਾਡਾ ਰਸਤਾ ਰੋਕਿਆ ਸੀ, ਅਸੀਂ ਬਰਾਤ ਲੈ ਕਰਕੇ ਜਾ ਰਹੇ ਸੀ, ਕਿਉਂਕਿ ਇਹਨਾਂ ਦਾ ਹੰਕਾਰ ਭੰਨਣਾ ਸੀ ਕਲਗੀਧਰ ਪਾਤਸ਼ਾਹ ਜੀ ਨੇ। ਸੋ ਇਹ ਗੱਲ ਉਦੋਂ ਤੋਂ ਸ਼ੁਰੂ ਹੁੰਦੀ ਹੈ ਜਦੋਂ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸ੍ਰੀ ਅਨੰਦਪੁਰ ਸਾਹਿਬ ਹਨ। ਸੋ ਜਿਹੜੀਆਂ 4 ਵਸਤੂਆਂ ਸੀ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਸੋਂ, ਇਹ ਭੀਮ ਚੰਦ ਰਾਜੇ ਨੇ ਵੇਖੀਆਂ ਸੀ। ਪ੍ਰਸਾਦੀ ਹਾਥੀ, ਸੋ 2.5 ਲੱਖ ਦਾ ਜਿਹੜਾ ਤੰਬੂ ਸੀ, ਉਸ ਨੂੰ 5 ਕਲਾ ਸ਼ਸਤਰ, ਚੰਦਨ ਦੀ ਚੌਂਕੀ। ਇਹਦੇ ਮਨ ਦੇ ਵਿੱਚ ਲਾਲਚ ਪੈ ਗਈ, ਲਾਲਚ ਪੈਦਾ ਹੋਈ ਭੀਮ ਚੰਦ ਰਾਜੇ ਦੇ ਕਿ ਇਹ ਜਿਹੜੀਆਂ ਸਾਰੀਆਂ ਰਾਜੇ ਮਹਾਰਾਜਿਆਂ ਦੇ ਵਸਤੂਆਂ ਫੱਬਦੀਆਂ ਨੇ। ਸੋ ਉੱਥੋਂ ਇਹ ਲਾਲਚ ਦਾ ਜਿਹੜਾ ਈਰਖਾ ਦਾ ਜਿਹੜਾ ਪ੍ਰਸੰਗ ਆਰੰਭ ਹੁੰਦਾ ਹੈ। ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੋ ਇਸ ਦੇ ਹੰਕਾਰ ਨੂੰ ਭੰਨਣ ਵਾਸਤੇ ਜੋ ਇਹ ਚਾਹੁੰਦਾ ਸੀ ਕਿ ਮੈਂ ਭੀਮ ਚੰਦ ਰਾਜਾ ਬਹੁਤ ਜ਼ਿਆਦਾ ਸੂਰਮੇ ਲੈ ਕਰਕੇ, ਬੜੀਆਂ ਅਜੀਬ ਵਸਤੂਆਂ ਲੈ ਕਰਕੇ, ਸੋ ਸ਼੍ਰੀਨਗਰ ਦੇ ਫਤਿਹ ਰਾਜੇ ਦੇ ਘਰ ਜਾਵਾਂਗਾ ਆਪਣੇ ਪੁੱਤਰ ਦੀ ਬਰਾਤ ਲੈ ਕਰਕੇ। ਆਪਣਾ ਜਿਹੜਾ ਰਾਜ ਦਾ ਜੋ ਜਾਹੋ ਜਲਾਲ ਹੈ, ਸੋ ਆਪਣੇ ਜੇ ਸਾਰੇ 22 ਧਾਰ ਦੇ ਰਾਜਿਆਂ ਦੀ ਜੋ ਫੌਜ ਦਾ ਦਲ ਦਾ ਜੋ ਜਾਹੋ ਜਲਾਲ ਹੈ ਨਾ, ਉਹ ਦਿਖਾਵਾਂਗਾ। ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਇਸ ਦੇ ਸਾਰੇ ਸੋਚੇ ਹੋਏ ਵਿਚਾਰਾਂ ਤੇ ਪਾਣੀ ਫੇਰ ਦਿੱਤਾ ਹੈ। ਵਿਆਹ ਤੋਂ ਕੁਝ ਕੁ ਦਿਨ ਬਾਅਦ ਪਹੁੰਚਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਹੜਾ ਨਿਆਉਂਦਾ ਭੇਜਿਆ ਸੀ ਨਾ, ਸੋ ਉਸ ਨੂੰ ਦਿਖਾਇਆ ਹੈ, ਉਹ ਵੇਖਿਆ ਹੈ। ਇਸ ਤਰ੍ਹਾਂ ਉਹਦੇ ਮਨ ਦੇ ਵਿੱਚ ਈਰਖਾ ਪੈਦਾ ਹੋਈ ਹੈ। ਭੀਮ ਚੰਦ ਰਾਜੇ ਨੂੰ ਕਹਿੰਦਾ, ਜੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਜੇ ਤੂੰ ਵਰਤਣਾ ਹੈ, ਪ੍ਰੇਮ ਰੱਖਣਾ ਹੈ, ਜੋ ਤੇਰੀ ਪੁੱਤਰੀ ਹੈ ਉਸ ਨੂੰ ਮੈਂ ਇੱਥੇ ਹੀ ਛੱਡ ਜਾਵਾਂਗਾ, ਉਸ ਦਾ ਡੋਲਾ ਨਹੀਂ ਲੈ ਕੇ ਜਾਵਾਂਗਾ, ਆਪਣੇ ਪੁੱਤਰ ਦਾ ਹੋਰ ਕਿਤੇ ਜਾ ਕਰਕੇ ਆਨੰਦ ਕਾਰਜ ਵਿਆਹ ਕਰਾ ਦੇਵਾਂਗਾ। ਜੇ ਤਾਂ ਇਹ ਫਤਿਹ ਸ਼ਾਹ ਰਾਜਾ ਤੂੰ ਮੇਰੇ ਨਾਲ ਸੰਬੰਧ ਰੱਖਣਾ ਹੈ, ਰਿਸ਼ਤੇਦਾਰੀ ਰੱਖਣੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ, ਤੈਨੂੰ ਭਾਰੀ ਜੰਗ ਕਰਨਾ ਪਵੇਗਾ। ਸੋ ਇਸੇ ਤਰ੍ਹਾਂ ਇਹ ਸਾਰੇ ਜਿੰਨੇ 22 ਧਾਰ ਦੇ ਰਾਜੇ ਹਨ, ਆਪੋ ਆਪਣੀਆਂ ਫੌਜਾਂ ਲੈ ਕਰਕੇ ਫਤਿਹ ਸ਼ਾਹ ਰਾਜੇ ਦੀ ਮਦਦ ਕਰ ਰਹੇ ਨੇ ਯੁੱਧ ਜੰਗ ਦੇ ਵਿੱਚ। ਸੋ ਕਲਗੀਧਰ ਪਾਤਸ਼ਾਹ ਜੀਆਂ ਨੇ ਇਸ ਤਰ੍ਹਾਂ ਜੋ 15 ਕਿਲੋਮੀਟਰ 15 ਕੋਹ ਦੀ ਦੂਰੀ ਤੇ ਸ੍ਰੀ ਭੰਗਾਣੀ ਸਾਹਿਬ ਦਾ ਸਥਾਨ ਹੈ। ਸਾਧ ਸੰਗਤ ਜੀ, ਉੱਥੇ ਬਹੁਤ ਹੀ ਜ਼ਿਆਦਾ ਜਿਹੜਾ ਵਿਕਰਾਲ ਭਿਆਨਕ ਜੰਗ ਛੜਿਆ ਹੋਇਆ ਹੈ। ਸੋ ਇਸੇ ਤਰ੍ਹਾਂ ਹੀ ਜਿਹੜੇ 500 ਪਠਾਨ ਸੀ ਫਤਿਹ ਸ਼ਾਹ ਨਾਲ ਮਿਲ ਗਈ ਸੀ, ਸੋ ਉਹ ਵੀ ਇਹਦੇ ਨਾਲ ਮਿਲ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਨਾਲ ਜੰਗ ਕਰਦੇ ਨੇ। ਹਯਾਤ ਖਾਨ ਨੂੰ ਸੱਚੇ ਪਾਤਸ਼ਾਹ ਜੀਆਂ ਦੇ ਸੂਰਮਿਆਂ ਨੇ ਮਾਰ ਦਿੱਤਾ ਹੈ। ਸੋ ਇਸੇ ਤਰ੍ਹਾਂ ਬਹੁਤ ਜ਼ਿਆਦਾ ਸੂਰਮੇ ਮਾਰ ਦਿੱਤੇ ਨੇ। ਸੋ ਆਪ ਜੀਆਂ ਨੇ ਪਿੱਛੇ ਮੁੱਢ 'ਚ ਸ਼ਰਵਣ ਕੀਤਾ ਸੀ ਜੋ ਪਹਿਲਾਂ ਕਥਾ ਵਿਚਾਰਾਂ ਆਈਆਂ ਸਨ। ਸੋ ਕੱਲ੍ਹ ਦੇ ਪ੍ਰਸੰਗਾਂ ਦੇ ਵਿੱਚ ਆਪ ਜੀਆਂ ਨੇ ਜਿਸ ਤਰ੍ਹਾਂ ਸ਼ਰਵਣ ਕੀਤਾ ਸੀ, ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ
ਜੋ ਭੂਆ ਜੀ ਦੇ 5 ਪੁੱਤਰ ਹਨ, ਸੋ ਸਤਿਗੁਰੂ ਸਾਹਿਬ ਜੀ ਦੇ ਭਰਾ ਹਨ, ਜੋ ਸੰਗੋ ਸ਼ਾਹ, ਮਾਰੀ ਚੰਦ, ਗੁਲਾਬ ਚੰਦ, ਇਸੇ ਤਰ੍ਹਾਂ ਅਜੀਤ ਮਲ ਇਤਿਆਦਿਕ, ਇਹ 5 ਭਰਾ ਸਤਿਗੁਰੂ ਸਾਹਿਬ ਜੀਆਂ ਦੇ ਨਾਲ ਸੋ ਇਹ ਜਿਹੜੇ ਜੰਗ ਦੇ ਵਿੱਚ ਹਿੱਸਾ ਲਿਆ ਹੈ, ਵੈਰੀਆਂ ਦੇ ਨਾਲ ਘਮਸਾਣ ਦਾ ਯੁੱਧ ਕਰ ਰਹੇ ਨੇ। ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਜੋ ਭੂਆ ਦੇ ਪੁੱਤਰ ਜੀਤਮਲ ਜੀ ਹਨ, ਸੋ ਬਹੁਤ ਜ਼ਿਆਦਾ ਇਹਨਾਂ ਨੇ ਨਿਆਬਤ ਖਾਨ ਦੇ ਨਾਲ ਸੋ ਇਹਨਾਂ ਦਾ ਜੰਗ ਲੱਗਾ ਹੁਆ, ਜੰਗ ਲੜ ਰਹੇ ਨੇ। ਸੋ ਬਹੁਤ ਜ਼ਿਆਦਾ ਭਾਰੀ ਜੰਗ ਮੱਚਿਆ ਹੋਇਆ ਹੈ। ਸੋ ਇਸ ਤਰ੍ਹਾਂ ਹਰੀ ਚੰਦ ਦੇ ਨਾਲ ਅਤੇ ਸੋ ਜੀਤ ਮਲ ਜੀ ਦਾ ਬਹੁਤ ਜ਼ਿਆਦਾ ਭਿਅੰਕਰ ਜੰਗ ਛਿੜਿਆ ਹੋਇਆ ਹੈ। ਸੋ ਸਾਂਝਾ ਵਾਰ ਹੋਇਆ, ਇਸ ਤਰ੍ਹਾਂ ਦੋਵਾਂ ਦੇ ਤੀਰ ਲੱਗੇ ਨੇ। ਜਿਹੜਾ ਹਰੀ ਚੰਦ ਸੀ, ਜੀਤ ਮਲ ਦਾ ਜਿਹੜਾ ਤੀਰ ਛੁੱਟਿਆ ਸੀ, ਇਹਦੇ ਮਰਮ ਸਥਾਨ ਤੇ ਪੋਲੇ ਸਥਾਨ ਤੇ ਜਾ ਕਰਕੇ ਲੱਗਾ ਹੈ। ਸੋ ਵੱਖੀ ਵਾਲੇ ਜਿੱਧਰ ਵੱਖੀ ਹੈ, ਪੋਲਾ ਸਥਾਨ ਹੈ, ਉਧਰ ਉਹ ਤੀਰ ਜਾ ਵੱਜਿਆ ਹੈ। ਸੋ ਇਸੇ ਤਰ੍ਹਾਂ ਹੀ ਜਿਹੜਾ ਹਰੀ ਚੰਦ ਰਾਜਾ ਸੀ ਨਾ, ਇਹਦੇ ਵੱਲੋਂ ਛੁੱਟਿਆ ਤੀਰ ਜੀਤਮਲ ਦੇ ਲੱਗਾ ਹੈ। ਜਦੋਂ ਜੀਤਮਲ ਦੇ ਤੀਰ ਲੱਗਾ ਛਾਤੀ ਦੇ ਵਿੱਚ, ਹਿਰਦੇ ਨੂੰ ਵਿੰਨ੍ਹਦਾ ਹੋਇਆ ਤੀਰ ਪਾਰ ਹੋ ਗਿਆ। ਜੀਤਮਲ ਸੂਰਮਾ ਯੋਧਾ ਸ਼ਹੀਦ ਹੋ ਗਿਆ ਹੈ। ਸੋ ਜਿਹੜਾ ਜੀਤਮਲ ਦਾ ਤੀਰ ਲੱਗਾ, ਭਾਈ ਜੀਤਮਲ ਜੀ ਦਾ ਤੀਰ ਲੱਗਾ ਹੈ ਹਰੀ ਚੰਦ ਨੂੰ, ਤੀਰ ਲੱਗਦੇ ਸਾਰ ਹੀ ਹਰੀ ਚੰਦ ਬੇਹੋਸ਼ ਹੋ ਗਿਆ। ਇਸੇ ਤਰ੍ਹਾਂ ਹੀ ਸਤਿਗੁਰੂ ਸਾਹਿਬ ਜੀਆਂ ਨੇ ਹੁਕਮ ਕੀਤਾ ਹੈ। ਸਤਿਗੁਰੂ ਸਾਹਿਬ ਜੀ ਦਾ ਜਿਹੜਾ ਪਿਆਰਾ ਸਿੱਖ ਹੈ ਰਾਮ ਸਿੰਘ ਨੂੰ ਹੁਕਮ ਕੀਤਾ ਕਿ ਜਿੱਥੇ ਫਤਿਹ ਸ਼ਾਹ ਬਹੁਤ ਜ਼ਿਆਦਾ ਸੂਰਮਿਆਂ ਦੇ ਸਹਿ ਟੋਲਾ ਬਣਾ ਕਰਕੇ ਬੈਠਾ ਹੈ ਨਾ, ਸੋ ਉਹਨਾਂ ਦੇ ਤਰਫ ਤੋਪ ਦੇ ਵਿੱਚੋਂ ਗੋਲਾ ਛੱਡੋ। ਕਲਗੀਧਰ ਪਾਤਸ਼ਾਹ ਜੀਆਂ ਦਾ ਹੁਕਮ ਨੂੰ ਪਾ ਕਰਕੇ ਰਾਮ ਸਿੰਘ ਜੀ ਨੇ ਜਿੱਥੇ ਫਤਿਹ ਸ਼ਾਹ ਰਾਜਾ ਆਪਣੇ ਸੂਰਮਿਆਂ ਦੇ ਸਹਿਤ ਟੋਲਾ ਬਣਾ ਕਰਕੇ ਖਲੋਤਾ ਸੀ ਨਾ, ਦਲ ਦੇ ਸਹਿਤ ਖਲੋਤਾ ਸੀ, ਸੋ ਰਾਮ ਸਿੰਘ ਜੀ ਨੇ ਤੋਪ ਦੇ ਲੱਕੜ ਦੀ ਤੋਪ ਦੇ ਵਿੱਚੋਂ ਉਧਰ ਨੂੰ ਗੋਲਾ ਛੱਡਿਆ। ਪਲੀਤੇ ਤੇ ਅੱਗ ਲਾਈ ਆ ਬੜੀ ਤੇਜ਼ੀ ਦੇ ਨਾਲ। ਸੋ ਉਹਨਾਂ ਦੇ ਟੋਲੇ ਦੇ ਉੱਪਰ ਗੋਲਾ ਆ ਵੱਜਿਆ ਹੈ। ਸਾਰੇ ਤਿੱਤਰ ਬਿੱਤਰ ਹੋ ਗਏ, ਇੱਧਰ ਉੱਧਰ ਭੱਜਣ ਲੱਗੇ ਨੇ। ਫਤਿਹ ਸ਼ਾਹ ਰਾਜੇ ਦੇ ਹਿਰਦੇ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਡਰ ਭੈ ਪੈਦਾ ਹੋਇਆ। ਸੋ ਇੰਨੀ ਵੀ ਉਸਨੇ ਸੁਰਤ ਨਹੀਂ ਸੰਭਾਲੀ ਕਿ ਹੱਥ ਦੇ ਵਿੱਚ ਸ਼ਸਤਰ ਹੀ ਫੜ ਲਵਾਂ। ਸੋ ਸ਼ਸਤਰਾਂ ਤੋਂ ਹੀਣਾ ਜੰਗ ਦੇ ਮੈਦਾਨ ਦੇ ਵਿੱਚੋਂ ਭੱਜ ਗਿਆ ਆਪਣੀ ਜਾਨ ਬਚਾਉਂਦਾ ਹੋਇਆ। ਇਸ ਤਰ੍ਹਾਂ ਜਿੰਨੇ ਉੱਥੇ ਸੂਰਮੇ ਸੀ ਆਪੋ ਆਪਣੀ ਜਾਨ ਬਚਾਉਂਦੇ ਹੋਏ ਬਹੁਤ ਤੀਰਾਂ ਗੋਲੀਆਂ ਸੋ ਇਸੇ ਤਰ੍ਹਾਂ ਸ਼ਸਤਰਾਂ ਦੀ ਮਾਰ ਤੋਂ ਦੂਰ ਭੱਜ ਗਏ ਨੇ, ਜਿੱਥੇ ਤੀਰ ਨਾ ਪਹੁੰਚ ਸਕਣ, ਜਿੱਥੇ ਗੋਲੀਆਂ ਦੇ ਫੈਰ ਨਾ ਪਹੁੰਚ ਸਕਣ। ਸੋ ਇੱਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਿਹੜੇ ਵੱਡੇ ਭੂਆ ਦੇ ਪੁੱਤਰ ਹਨ ਸੰਗੋ ਸ਼ਾਹ ਜੇ ਅਤੇ ਨਿਆਬਤ ਖਾਨ ਦਾ ਬਹੁਤ ਭਾਰੀ ਜੰਗ ਛਿੜਿਆ ਹੋਇਆ। ਬਹੁਤ ਜ਼ਿਆਦਾ ਭਿਅੰਕਰ ਜੰਗ ਲੜਿਆ ਹੈ ਦੋਨਾਂ ਸੂਰਮਿਆਂ ਨੇ। ਇਹਨਾਂ ਦੋਵਾਂ ਸੂਰਮਿਆਂ ਦਾ ਮੇਲ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸਭਾ ਜੋ ਪਾਉਂਟੇ ਸਾਹਿਬ ਵਿਖੇ ਹੋਇਆ ਸੀ, ਜਦੋਂ ਪੀਰ ਬੁੱਧੂ ਸ਼ਾਹ ਜੀ ਨੇ ਇਹ ਜਿਹੜੇ 500 ਪਠਾਨ ਸਿਫਾਰਿਸ਼ ਕਰਕੇ ਭਰਤੀ ਕਰਾਏ ਸੀ ਨਾਮ, ਸੋ ਪਾਉਂਟੇ ਸਾਹਿਬ ਦੀ ਧਰਤੀ ਤੇ ਇਹ ਜਿਹੜੇ ਪਠਾਨ ਸਨ ਨਿਆਬਤ ਖਾਨ, ਹਯਾਤ ਖਾਂ, ਭੀਖਣ ਖਾਂ, ਕਾਲੇ ਖਾਂ, ਉੱਥੇ ਇਹਨਾਂ ਦਾ ਮੇਲ ਹੋਇਆ ਸੀ। ਸੋ ਨਿਆਬਤ ਖਾਂ ਇਸ ਤਰ੍ਹਾਂ ਆਪਸ ਦੇ ਵਿੱਚ ਬਹੁਤ ਜ਼ਿਆਦੀਆਂ ਵਿਚਾਰਾਂ ਕਰਦੇ ਸੀ। ਨਿਆਬਤ ਖਾਂ, ਭੀਖਣ ਖਾਂ ਜੰਗ ਯੁੱਧ ਦੀਆਂ ਕਲਗੀਧਰ ਪਾਤਸ਼ਾਹ ਜੀ ਇਹਨਾਂ ਨੂੰ ਸ਼ਸਤਰ ਵਿਦਿਆ ਦਾ ਅਭਿਆਸ ਕਰਵਾਉਂਦੇ ਸਨ। ਸੋ ਉਹ ਜਿਹੜੀਆਂ ਵਿਚਾਰਾਂ ਸੀ ਇਹਨਾਂ ਨੇ ਮਨ ਦੇ ਵਿੱਚ ਚੇਤੇ ਕੀਤੀਆਂ ਨੇ ਕਿ ਦਾ ਘਾ ਇੱਕ ਦੂਸਰੇ ਨੂੰ ਦੱਸਿਆ ਸੀ, ਜਿਸ ਤਰ੍ਹਾਂ ਉਸ ਤਰ੍ਹਾਂ ਉਹ ਜਿਹੜੇ ਵਿਚਾਰ ਸੀ ਨਾ ਉਹ ਯਾਦ ਆਈ ਹੈ। ਸੋ ਚੇਤੇ ਕਰਕੇ ਉਸੇ ਤਰ੍ਹਾਂ ਉਹ ਦਾ ਘਾ ਇੱਕ ਦੂਸਰੇ ਉੱਤੇ ਅਜਮਾਉਣ ਲੱਗ ਗਏ ਨੇ। ਭਾਈ ਸੰਗੋ ਸ਼ਾਹ ਅਤੇ ਨਿਆਬਤ ਖਾਂ ਇਹ ਪਠਾਨ ਸਤਿਗੁਰੂ ਸਾਹਿਬ ਜੀ ਦੇ ਜੋ ਭੂਆ ਦੇ ਪੁੱਤਰ ਆ ਜੰਗੀ ਸੂਰਮੇ ਹਨ, ਉਹਨਾਂ ਦੇ ਨਾਲ ਭਾਰੀ ਯੁੱਧ ਕਰਦਾ ਹੈ। ਸੰਗੋ ਸ਼ਾਹ ਦੇ ਛਾਤੀ ਦੇ ਵਿੱਚ ਤੀਰ ਵੱਜਦਾ ਹੈ, ਸੋ ਉਹ ਸ਼ਹਾਦਤ ਪ੍ਰਾਪਤ ਕਰ ਲੈਂਦਾ ਹੈ, ਸੋ ਸ਼ਹੀਦ ਹੋ ਜਾਂਦਾ ਹੈ।
ਇੱਧਰ ਜਿਹੜਾ ਨਿਆਬਤ ਖਾਂ ਹੈ ਉਹ ਵੀ ਭਾਈ ਸੰਗੋ ਸ਼ਾਹ ਦੇ ਜਿਹੜਾ ਤੀਰ ਵੱਜਦਾ ਹੈ ਸੋ ਸਾਂਝੇ ਵਾਰ ਦੇ ਨਾਲ ਫੱਟੜ ਹੋ ਕਰਕੇ ਉਹ ਵੀ ਧਰਤੀ ਤੇ ਜਾ ਡਿੱਗਦਾ ਹੈ ਸੋ ਉਹ ਵੀ ਮਰ ਜਾਂਦਾ ਹੈ ਸੂਰਮਾ। ਇੱਥੋਂ ਤੱਕ ਆਪ ਜੀਆਂ ਨੇ ਕੱਲ ਦੇ ਜੋ ਦੀਵਾਨਾਂ ਦੇ ਵਿੱਚ ਕਥਾ ਵਿਚਾਰਾਂ ਆਈਆਂ ਸਨ। ਸੋ ਜਦੋਂ ਸੱਚੇ ਪਾਤਸ਼ਾਹ ਜੀ ਵਹਿੰਦੇ ਨੇ ਕਿ ਸੰਗੋ ਸ਼ਾਹ ਸ਼ਹੀਦ ਹੋ ਗਿਆ ਕਲਗੀਧਰ ਪਾਤਸ਼ਾਹ ਜੀ ਉਦੋਂ ਰੋਹ ਦੇ ਵਿੱਚ ਆਉਂਦੇ ਨੇ, ਵੀਰ ਰਸ ਵਿੱਚ ਆ ਕਰਕੇ ਜਿਹੜਾ ਕਰੜਾ ਧਣਖ ਹੈ ਇਸ ਨੂੰ ਹੱਥ ਦੇ ਵਿੱਚ ਫੜਦੇ ਆ, ਤਿੱਖੇ ਜਿਹੜੇ ਤੀਰਾਂ ਦਾ ਭੱਥਾ ਹੈ ਸੋ ਉਸ ਨੂੰ ਆਪਣੇ ਮੋਢੇ ਤੇ ਪਾਉਂਦੇ ਨੇ। ਸੱਚੇ ਪਾਤਸ਼ਾਹ ਜੰਗ ਦੇ ਵਿੱਚ ਆ ਕੁੱਦ ਨੇ ਬੈਰੀਆਂ ਦੇ ਨਾਲ ਬੜਾ ਘਮਸਾਣ ਦਾ ਯੁੱਧ ਕਰਦੇ ਨੇ। ਕਲਗੀਧਰ ਪਾਤਸ਼ਾਹ ਜੇ ਵੈਰੀਆਂ ਨੂੰ ਨਿਸ਼ਾਨਾ ਬਣਾ ਕਰਕੇ ਤੀਰਾਂ ਦਾ ਨਿਸ਼ਾਨਾ ਲਾਉਂਦੇ ਨੇ, ਬਹੁਤ ਜ਼ਿਆਦਾ ਵੈਰੀ ਮਾਰ ਮੁਕਾਏ ਨੇ। ਸੋ ਇੱਥੋਂ ਤੱਕ ਕੱਲ ਦੇ ਦੀਵਾਨਾਂ ਦੇ ਵਿੱਚ ਕਥਾ ਵਿਚਾਰਾਂ ਆਈਆਂ ਸਨ। ਹੁਣ ਜਿਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਸੋ ਅੱਜ ਜਿਹੜਾ ਹਰੀ ਚੰਦ ਸੂਰਮਾ ਹੈ ਜਿਹੜਾ ਮੁਰਸ਼ਿਦ ਹੋ ਗਿਆ ਸੀ, ਜਿਸ ਤਰ੍ਹਾਂ ਹੋਸ਼ ਦੇ ਵਿੱਚ ਆਵੇਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਨਾਲ ਇਸ ਦਾ ਭਾਰੀ ਜੰਗ ਹੋਵੇਗਾ। ਸੋ ਅੱਜ ਦੇ ਦੀਵਾਨਾਂ ਦੇ ਵਿੱਚ ਕਥਾ ਵਿਚਾਰਾਂ ਆ ਰਹੀਆਂ ਨੇ, ਮਨ ਚਿੱਤ ਬਿਰਤੀਆਂ ਇਕਾਗਰ ਕਰਕੇ। ਸੋ ਗੁਰੂ ਪਿਆਰੀ ਸਾਧ ਸੰਗਤ ਜੀਓ ਕਥਾ ਵਿਚਾਰਾਂ ਨੂੰ ਸ਼ਰਵਣ ਕਰੋ। ਸਤਿਗੁਰੂ ਸਾਹਿਬ ਜੀਆਂ ਦੇ ਚਰਨਾਂ ਦੇ ਵਿੱਚ ਲਵਾਈਏ ਹਾਜ਼ਰੀ, ਕਥਾ ਨੂੰ ਕਰੀਏ ਜੀ ਆਰੰਭ। ਪ੍ਰੇਮ ਸਹਿਤ ਬੋਲੀਏ ਜੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਜੀਤ ਮਲ ਕੇ ਤੀਰ ਸੋ ਹਰੀ ਚੰਦ ਮੁਰਝਾਏ। ਸੋ ਇਸੇ ਤਰ੍ਹਾਂ ਹੀ ਭਾਈ ਜੀਤਮਲ ਦਾ ਜਿਹੜਾ ਤੀਰ ਵੱਜਿਆ ਸੀ ਹਰੀ ਚੰਦ ਨੂੰ, ਤੀਰ ਵੱਜਣ ਕਰਕੇ ਉਹ ਮੁਰਝਾਏ, ਮੁਰਸ਼ਦ ਹੋ ਕਰਕੇ ਬੇਹੋਸ਼ ਹੋ ਕਰਕੇ ਧਰਤੀ ਤੇ ਡਿੱਗ ਪਿਆ ਸੀ। ਸਣੇ ਸਣੇ ਲਹਿ ਚੇਤਨਾ ਦੇਖੇ ਖਾਨ ਪਰਾਏ। ਜਦੋਂ ਹੌਲੀ ਹੌਲੀ ਉਸਨੇ ਸੁਰਤ ਸੰਭਾਲੀ ਹੈ, ਹੋਸ਼ ਦੇ ਵਿੱਚ ਆਇਆ ਹੈ ਹਰੀ ਚੰਦ ਰਾਜਾ, ਕੀ ਦੇਖਦਾ ਹੈ ਕਿ ਮੇਰੇ ਸਾਰੇ ਜਿੰਨੇ ਸੂਰਮੇ ਹਨ ਸੋ ਇਹ ਜਿਹੜੇ ਪਠਾਨ ਹਨ ਬੜੇ ਯੋਧੇ ਸੀ, ਇਹ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸੂਰਮਿਆਂ ਦਾ ਡਰ ਪਾ ਕਰਕੇ ਯੁੱਧ ਭੂਮੀ ਦੇ ਵਿੱਚ ਆਪੋ ਆਪਣੀ ਜਾਨ ਬਚਾ ਕਰਕੇ ਭੱਜ ਰਹੇ ਨੇ ਇੱਧਰ ਉੱਧਰ। ਉਮੜਿਓ ਆਵਤ ਗੁਰੂ ਦਲ ਜੰਗ ਫਤਿਹ ਕੋ ਪਾਏ। ਸੋ ਇੱਧਰ ਵੇਖਿਆ ਕਿ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਿਹੜੇ ਜੰਗੀ ਯੋਧੇ ਸੂਰਮੇ ਸਿੱਖ ਨੇ ਸੋ ਦਲਾਂ ਦੇ ਸਹਿਤ ਬਹੁਤ ਭਾਰੀ ਗਿਣਤੀ ਦੇ ਵਿੱਚ ਧਾਵਾ ਬੋਲਦੇ ਆ ਰਹੇ ਨੇ। ਸੋ ਇਸ ਨੇ ਵਿਚਾਰ ਕੀਤੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਿਹੜੇ ਸੂਰਮੇ ਨੇ ਅੱਜ ਫਤਿਹ ਪਾ ਲੈਣਗੇ ਸਾਡੇ ਉੱਤੇ। ਸਹਿ ਨ ਸਕਿਓ ਨਿਜ ਹਾਰ ਕੋ ਕਾਵ ਸੋ ਦ੍ਰਿੜ ਬੰਦਵਾਏ। ਇਸੇ ਤਰ੍ਹਾਂ ਜਿਹੜਾ ਹਰੀ ਚੰਦ ਸੂਰਮਾ ਸੀ ਨਾ ਜੰਗੀ ਯੋਧਾ, ਆਪਣੀ ਹਾਰ ਨੂੰ ਇਹ ਬਰਦਾਸ਼ਤ ਨਹੀਂ ਕਰ ਸਕਿਆ, ਬਹੁਤ ਜ਼ਿਆਦਾ ਵੀਰ ਰਸ ਧਾਰਿਆ ਹੈ। ਜਿਹੜਾ ਜੀਤਮਲ ਜੀ ਨੇ ਤੀਰ ਮਾਰਿਆ ਸੀ ਇਸ ਦੇ ਮਰਮ ਸਥਾਨ ਤੇ, ਸੋ ਇਹ ਸੂਰਮਿਆਂ ਦੇ ਪਾਸੋਂ ਉਹਨੂੰ ਘਾਵ ਨੂੰ ਜ਼ਖਮ ਨੂੰ ਬਣਵਾ ਲਿਆ ਹੈ ਜੇ। ਰਸਾਵਲ ਛੰਦ ਹਰੀ ਚੰਦ ਜੋਧਾ। ਇਸੇ ਤਰ੍ਹਾਂ ਹੀ ਹਰੀ ਚੰਦ ਬੜਾ ਤਗੜਾ ਜੰਗੀ ਯੋਧਾ ਹੈ। ਉਠਿਓ ਫੇਰ ਕਰੋਧਾ। ਫੇਰ ਬੜੇ ਕ੍ਰੋਧ ਦੇ ਸਹਿਤ ਯੁੱਧ ਭੂਮੀ ਦੇ ਵਿੱਚ ਉੱਠ ਖਲੋਤਾ ਜੰਗ ਕਰਨ ਵਾਸਤੇ। ਸੰਭਾਰਿਓ ਕੁਦੰਡਾ। ਹੱਥ ਦੇ ਵਿੱਚ ਆ ਕਰੜਾ ਧਨਖ ਨੇ ਸੰਭਾਲ ਲਿਆ, ਫੜ ਲਿਆ ਹਰੀ ਚੰਦ ਯੋਧੇ ਨੇ। ਸਰੰਗ ਸੰਦ ਛੰਡਾ। ਸੋ ਇਸੇ ਤਰ੍ਹਾਂ ਹੀ ਧਨਖ ਦੇ ਵਿੱਚ ਆ ਜਿਹੜੇ ਤਿੱਖੇ ਤੀਰ ਸੰਦੇ ਹਨ ਸਿੰਧ ਲਏ ਨੇ। ਪੁਨੰਗ ਆਨ ਲੀਨੇ। ਸੋ ਫੇਰ ਇਸ ਤਰ੍ਹਾਂ ਸੰਦੇ ਤੀਰ ਛੱਡਦਾ ਹੈ ਸਤਿਗੁਰੂ ਜੀ ਦੇ ਸੂਰਮਿਆਂ ਤੇ ਤੀਰ। ਸੋ ਇਸੇ ਤਰ੍ਹਾਂ ਧਨਖ ਦੇ ਵਿੱਚ ਆ ਜੋੜ ਜੋੜ ਕਰਕੇ ਚੱਲੇ ਤੇ ਤੀਰ ਛੱਡਦਾ ਹੈ। ਸੋ ਫਿਰ ਹੋਰ ਤੀਰ ਲੈਂਦਾ ਆਪਣੇ ਹੱਥ ਦੇ ਵਿੱਚ ਚਲਾਉਣ ਵਾਸਤੇ। ਤਜੇ ਓਜ ਕੀਨੇ। ਸੋ ਬਹੁਤ ਜ਼ਿਆਦਾ ਓਜ ਬਲ ਦੇ ਨਾਲ ਉਹ ਤੀਰ ਛੱਡਦਾ ਹੈ। ਗੁਰੂ ਵੀਰ ਮਾਰੇ। ਗੁਰੂ ਗੋਬਿੰਦ ਸਿੰਘ ਜੀ ਦੇ ਬਹੁਤ ਤਗੜੇ ਜਿਹੜੇ ਜੰਗੀ ਯੋਧੇ ਸੂਰਮੇ ਸਿੱਖ ਸੀ ਉਹਨਾਂ ਨੂੰ ਮਾਰਦਾ ਤੀਰਾਂ ਦਾ ਨਿਸ਼ਾਨਾ ਬੰਨ ਬੰਨ ਕੇ। ਜੋ ਆਗੇ ਪਧਾਰੇ। ਜਿਹੜੇ ਅੱਗੇ ਵੱਧ ਕਰਕੇ ਜੰਗ ਲੜਦੇ ਸੀ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਸੂਰਮੇ। ਜਿਸੈ ਅੰਗ ਲਾਗੈ। ਜਿਹੜੇ ਵੀ ਸੂਰਮੇ ਦੇ
ਅੰਗ ਤੇ ਸਰੀਰ 'ਚ ਹਰੀ ਚੰਦ ਰਾਜੇ ਦੇ ਤੀਰ ਲੱਗਦੇ ਸੀ। ਤਬੈ ਪ੍ਰਾਣ ਤਿਆਗੈ ਉਸੇ ਵਕਤ ਹੀ ਉਹ ਪ੍ਰਾਣ ਛੱਡ ਜਾਂਦੇ ਸੀ, ਮੌਤ ਨੂੰ ਪ੍ਰਾਪਤ ਕਰ ਲੈਂਦੇ ਸੀ। ਜੋ ਗੁਰੂ ਦੇ ਜੰਗੀ ਸੂਰਮੇ ਸੁਰੰਗ ਲੋਕ ਜਾਵੈ ਸਵਰਗਾਂ ਨੂੰ ਚਲੇ ਜਾਂਦੇ ਸੀ, ਸ਼ਹਾਦਤ ਸ਼ਹੀਦੀ ਪ੍ਰਾਪਤ ਕਰਕੇ। ਬਰੈ ਹੂਰ ਆਵੈ ਪੂਰਾ ਆ ਕਰਕੇ ਜੰਗੀ ਯੋਧੇ ਸੂਰਮਿਆਂ ਨੂੰ ਵਰਦੀਆਂ ਸਨ। ਤਉ ਵੀਰ ਮਾਰ ਭਾਰੇ ਸੋ ਤਉ ਕਹਿੰਦੇ ਫਿਰ ਵੀ ਜਿਹੜੇ ਭਾਰੀ ਜੰਗੀ ਯੋਧੇ ਸੂਰਮੇ ਸਿੱਖ ਸੀ, ਮੁਰੇ ਨਾ ਪਿਛਾਰੇ ਪਿੱਛੇ ਨੂੰ ਨਹੀਂ ਪੈਰ ਪੁੱਟਦੇ, ਪਿੱਛੇ ਨੂੰ ਨਹੀਂ ਮੁੜਦੇ, ਅੱਗੇ ਵੱਧ ਕੇ ਵੈਰੀਆਂ ਦੇ ਨਾਲ ਭਾਰੀ ਜੰਗ ਲੜਦੇ ਨੇ। ਹਲੰਗ ਹਾਲ ਕਾਲੇ ਹੱਲੇ ਤੇ ਹੱਲਾ ਪਾਉਂਦੇ ਨੇ ਵੈਰੀਆਂ ਦੇ ਉੱਤੇ, ਅੱਗੇ ਪਾਏ ਡਾਲੇ ਅੱਗੇ ਅਗਾਂਹ ਨੂੰ ਹੀ ਪੈਰ ਪੁੱਟਦੇ ਜਾਂਦੇ ਵੈਰੀਆਂ ਦੇ ਦਲਾਂ ਦੇ ਵਿੱਚ। ਹਰੀ ਚੰਦ ਇਧਰ ਹੀਰੇ ਹਰੀ ਚੰਦ ਰਾਜੇ ਨੇ ਵੇਖਿਆ ਗੁਰੂ ਦੇ ਜੰਗੀ ਯੋਧੇ ਸੂਰਮਿਆਂ ਨੂੰ ਆਪਣੇ ਵੱਲ ਆਉਂਦਿਆਂ, ਸੋ ਕੋਪੇ ਉਹ ਬੜਾ ਕਨੇਰੇ ਕ੍ਰੋਧ ਦੇ ਵਿੱਚ ਆਇਆ ਗੁਰੂ ਦੇ ਸੂਰਮਿਆਂ ਨੂੰ ਆਪਣੇ ਵੱਲ ਨੂੰ ਵਧਦਿਆਂ ਵੇਖ ਕੇ। ਸੰਧੇ ਬਾਣ ਦੋ ਇਸੇ ਤਰ੍ਹਾਂ ਪਹਿਲਾਂ ਤਾਂ ਧਨਖ ਦੇ ਵਿੱਚੋਂ ਇੱਕ ਤੀਰ ਛੱਡਦਾ ਸੀ, ਹੁਣ ਇਹਨੇ ਦੋ ਤੀਰ ਜੋੜ ਲਏ ਨੇ। ਸੋ ਕਮਾਨ ਦੇ ਵਿੱਚ ਰੱਖ ਲਏ ਨੇ, ਤਾਣ ਤੰਦੀ ਤੇ ਜੋੜ ਲਏ ਨੇ ਤੀਰ। ਕਰੇ ਓਜ ਸੋ ਬੜਾ ਜ਼ੋਰ ਪਾ ਕੇ ਖਿੱਚਦਾ ਤੀਰਾਂ ਨੂੰ। ਹਤੈ ਏਕ ਬਾਰੀ ਸੋ ਇੱਕੋ ਵਾਰ ਚ ਦੋਵੇਂ ਤੀਰਾਂ ਨੂੰ ਧਨਖ ਤੋਂ ਛੱਡਦਾ ਹੈ ਗੁਰੂ ਦੇ ਸੂਰਮਿਆਂ ਤੇ। ਲੱਗੈ ਹੋਏ ਸੋ ਪਾਰੀ ਜਦੋਂ ਉਹ ਗੁਰੂ ਦੇ ਸੂਰਮਿਆਂ ਤੇ ਬੜੀ ਤੇਜ਼ ਰਫ਼ਤਾਰ ਜਿਹੜੇ ਤੀਰ ਆਉਂਦੇ ਲੱਗਦੇ ਸੀ, ਸਰੀਰ ਦੇ ਵਿੱਚੋਂ ਪਾਰ ਹੋ ਜਾਂਦੇ ਸੀ। ਪਟੰਗ ਹੋਏ ਕੇ ਕੋਰਾ ਕਵੀ ਜੀ ਕਹਿੰਦੇ ਭਾਵੇਂ ਅੱਗੇ ਸੂਰਮਾ ਹੋਵੇ, ਯੋਧਾ ਹੋਵੇ, ਜਾਂ ਗੁਰੂ ਦਾ ਜੰਗੀ ਘੋੜਾ ਹੋਵੇ, ਪ੍ਰਹਾਰੈ ਸੋ ਜੋਰਾ ਸੋ ਕਹਿੰਦੇ ਬੜੇ ਜ਼ੋਰ ਦੇ ਨਾਲ ਹਰੀ ਚੰਦ ਸੂਰਮਾ ਪ੍ਰਹਾਰ ਕਰਦਾ, ਵਾਰ ਕਰਦਾ ਸੀ ਤੀਰਾਂ ਦਾ। ਸੋ ਸੂਰਮੇ ਵਿੱਚ ਅੱਗੇ ਭਾਵੇਂ ਸੂਰਮਾ ਹੋਵੇ ਜਾਂ ਗੁਰੂ ਦਾ ਕੋਈ ਜੰਗੀ ਯੋਧਾ ਜਾਂ ਘੋੜਾ ਹੋਵੇ, ਉਹਨਾਂ ਦੇ ਉੱਪਰ ਬੜੇ ਵਾਰ ਕਰਦਾ, ਖਿੱਚ ਕੇ ਤਣੰਗ ਫੋਰ ਦੇਤਾ ਸਰੀਰ ਨੂੰ ਪਾੜ ਸੁੱਟਦਾ ਜਿੱਥੇ ਤੀਰ ਵੱਜਦਾ ਹਰੀ ਚੰਦ ਦਾ। ਗਿਰੇ ਜੰਗ ਖੇਤਾ ਸੋ ਇਸੇ ਤਰ੍ਹਾਂ ਜੰਗ ਦੇ ਵਿੱਚ ਘੋੜਾ ਹੋਵੇ ਜਾਂ ਸੂਰਮਾ ਧੌਣ ਪੜਨੇ ਜਾ ਡਿੱਗਦਾ, ਤੀਰ ਵੱਜਦੇ ਸਾਰ ਹੀ ਉੱਠੈ ਪੈ ਨਾ ਸੋਈ ਸੋ ਕਹਿੰਦੇ ਬਾਅਦ ਦੇ ਵਿੱਚ ਉੱਠ ਨਹੀਂ ਪਾਉਂਦਾ। ਇੱਕ ਵਾਰੀ ਜਦੋਂ ਤੀਰ ਵੱਜ ਜਾਂਦਾ ਹਰੀ ਚੰਦ ਯੋਧੇ ਦਾ, ਮਹਾ ਨੀਂਦ ਸੋਈ ਫਿਰ ਪੂਰੀ ਗੂੜੀ ਨੀਂਦ ਸੌ ਜਾਂਦਾ ਸੂਰਮਾ ਜਦੋਂ ਉਸਦੇ ਤੀਰ ਵੱਜਦਾ ਹੈ। ਗੁਰੂ ਹੇਰ ਤਾਕੋ ਇਧਰ ਕਲਗੀਧਰ ਪਾਤਸ਼ਾਹ ਜੀ ਨੇ ਇਹ ਹਰੀ ਚੰਦ ਦੇ ਜਿਹੜੇ ਛੱਡੇ ਹੋਏ ਤੀਰਾਂ ਨੂੰ ਵੇਖਿਆ ਹੈ। ਵੱਡੋ ਵੀਰ ਬੰਕੋ ਸੋ ਆਖਿਆ ਬੜਾ ਬੰਕਾ ਜੰਗੀ ਯੋਧਾ ਜਵਾਨ ਬੜੀ ਬਹਾਦਰ ਸੂਰਮਾ ਹਰੀ ਚੰਦ। ਗਏ ਤਾਹੇ ਫਿਰ ਆਗੇ ਕਲਗੀਧਰ ਪਾਤਸ਼ਾਹ ਜੀ ਹਰੀ ਚੰਦ ਦੇ ਨਾਲ ਮੁਕਾਬਲਾ ਕਰਨ ਵਾਸਤੇ ਅੱਗੇ ਨੂੰ ਗਏ ਹਨ। ਜਿਸੇ ਕੋਪ ਜਾਗੇ ਸੋ ਜਿਸ ਹਰੀ ਚੰਦ ਦੇ ਹਿਰਦੇ ਦੇ ਵਿੱਚ ਬਹੁਤ ਜ਼ਿਆਦਾ ਵੀਰ ਰਸ ਕ੍ਰੋਧ ਜਾਗਿਆ ਹੋਇਆ ਸੀ, ਹਰੀ ਚੰਦ ਦੇਖੈ ਹਰੀ ਚੰਦ ਨੂੰ ਸਤਿਗੁਰੂ ਸਾਹਿਬ ਜੀ ਨੇ ਦੇਖਿਆ ਹੈ। ਪ੍ਰਭੂ ਜੀ ਪਰਖੈ ਪ੍ਰਭੂ ਸਤਿਗੁਰੂ ਸਾਹਿਬ ਜੀ ਨੂੰ ਪਰਖ ਲਿਆ ਹੈ, ਪਛਾਣ ਲਿਆ ਹਰੀ ਚੰਦ ਨੇ। ਤਬੈ ਤਾਨ ਬਾਣੰ ਸੋ ਇਸੇ ਤਰ੍ਹਾਂ ਪ੍ਰਭੂ ਜੀ ਪਰਖੇ ਹਰੀ ਚੰਦ ਨੂੰ ਸਤਿਗੁਰੂ ਸਾਹਿਬ ਜੀ ਨੇ ਪਹਿਚਾਨ ਲਿਆ ਹੈ ਜੀ। ਤਬੈ ਤਾਨ ਬਾਣੰ ਸੋ ਉਹਦੇ ਵੱਲ ਨੂੰ ਫਿਰ ਜਿਹੜਾ ਧਨਖ ਹੈ ਸੋ ਸਿੱਧਾ ਕੀਤਾ ਹੈ, ਬਾਣ ਤਾਣਿਆ ਹੈ, ਨਿਸ਼ਾਨਾ ਲਾਉਣ ਲੱਗੇ ਨੇ। ਬਲੇ ਵੀਰ ਜਵਾਨੰ ਸੋ ਬਲੀ ਵੀਰ ਜਵਾਨੰ ਕਹਿੰਦੇ ਹਰੀ ਚੰਦ ਦੇਖਿਆ, ਪ੍ਰਭੂ ਜੀ ਪਰਖਿਆ, ਹਰੀ ਚੰਦ ਨੇ ਦੇਖਿਆ ਹੈ। ਸੋ ਸਤਿਗੁਰੂ ਸਾਹਿਬ ਜੀ ਨੂੰ ਇਸੇ ਤਰ੍ਹਾਂ ਹਰੀ ਚੰਦ ਨੇ ਵੇਖਿਆ ਸਤਿਗੁਰੂ ਸਾਹਿਬ ਜੀ ਨੂੰ। ਸੋ ਤਬੇ ਤਾਨ ਬਾਣੰ ਤਦੋਂ ਉਹਨੇ ਧਨਖ ਹੱਥ ਦੇ ਵਿੱਚ ਫੜ ਕੇ ਸਤਿਗੁਰੂ ਸਾਹਿਬ ਜੀ ਵੱਲ ਨੂੰ ਸਿੱਧਾ ਕੀਤਾ, ਨਿਸ਼ਾਨਾ ਲਾਇਆ ਹੈ। ਬਲੇ ਵੀਰ ਜਵਾਨੰ ਇਹ ਬੜਾ ਤਗੜਾ ਵੀਰ ਜੰਗੀ ਯੋਧਾ ਜਵਾਨ ਹੈ ਜੇ। ਗੁਰੂ ਔਰ ਮਾਰਾ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਵੱਲ ਨੂੰ ਨੇ ਤੀਰ ਛੱਡਿਆ ਹੈ। ਫਿਰ ਮਨੋ ਆਏ ਮਾਰਾ ਸੋ ਮਨੋ ਆਏ ਮਾਰਾ ਕਹਿੰਦੇ ਮਨੋ ਕਾਲਾ ਸੱਪ ਹੀ ਕਾਲਾ ਨਾਗ ਹੀ ਮਾਰ ਦਿੱਤਾ ਹੋਵੇ। ਗਇਓ ਹਾਥ ਠਾਗਾ ਹੱਥੋਂ ਦਾ ਠੱਗਿਆ ਗਿਆ, ਨਿਸ਼ਾਨੇ ਤੋਂ ਹੱਥ ਹਿਲ ਗਿਆ ਹਰੀ ਚੰਦ ਦਾ। ਹਜੰਗ ਅੰਗ ਲਾਗਾ ਸੋ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਿਹੜਾ ਘੋੜਾ ਸੀ ਸੋ ਉਹਦੇ ਸਰੀਰ ਦੇ ਵਿੱਚ ਤੀਰ ਲੱਗਾ ਹੈ। ਕਛੂ ਕਾਵ ਥੋਰਾ ਥੋੜਾ ਕਿ ਜਿਹੜਾ ਜ਼ਖਮ ਹੋਇਆ ਤੀਰ ਲੱਗਣ ਕਰਕੇ। ਪ੍ਰਭੂ ਕੇਰ ਕੋਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਿਹੜਾ ਘੋੜਾ ਸੀ ਉਸ ਦੇ ਤੇ ਮੰਗ ਬੇਗ ਤਾਰੇ ਸੋ ਪਹਿਲਾਂ ਵਾਂਗੂ ਹੀ ਬੜੀ ਤੇਜ਼ੀ ਦੇ ਨਾਲ ਕਲਗੀਧਰ ਪਾਤਸ਼ਾਹ ਜੀ ਦਾ ਜਿਹੜਾ ਘੋੜਾ ਹੈ ਯੁੱਧ ਭੂਮੀ ਦੇ ਵਿੱਚ ਭੱਜਦਾ ਹੈ। ਸੋ ਪੀਰਾ ਸਹਾਰੇ ਸੋ ਪੀੜ ਨੂੰ ਸੋ ਜ਼ਖਮ ਜਿਹੜਾ ਦਰਦ ਸੀ ਉਸ ਨੂੰ ਸਹਾਰਦਾ ਆਪਣੇ ਸਰੀਰ ਦੇ ਉੱਤੇ। ਰਿਸ਼ਿਓ ਸੈਲ ਰਾਜਾ ਸੋ ਜਦੋਂ ਵੇਖਿਆ ਨਾਰੀ ਚੰਦ ਰਾਜੇ ਨੇ ਕਿ ਮੇਰਾ ਵਾਰ ਖਾਲੀ ਗਿਆ ਹੈ,
ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਆਇਆ ਹੈ। ਸਰਿਓ ਨਾਹੇ ਕਾਜਾ ਕਹਿੰਦਾ ਇਹ ਕੰਮ ਨਹੀਂ ਸਰਿਆ, ਗੁਰੂ ਗੋਬਿੰਦ ਸਿੰਘ ਜੀ ਨੂੰ ਮੈਂ ਤੀਰ ਮਾਰ ਕਰਕੇ ਮਾਰਨਾ ਸੀ, ਇਹ ਜਿਹੜਾ ਯੁੱਧ ਦਾ ਜਿਹੜਾ ਕੰਮ ਸਰਿਆ ਨਹੀਂ ਹੈ। ਲਿਓ ਬਾਣ ਆਨਾ ਫੇਰ ਇੱਕ ਆਪਣੇ ਪੱਥੇ ਦੇ ਵਿੱਚੋਂ ਤਿੱਖਾ ਤੀਰ ਕੱਢ ਕੇ ਆਪਣੇ ਹੱਥ ਦੇ ਵਿੱਚ ਲਿਆ ਹਰੀ ਚੰਦ ਨੇ, ਸੋ ਚਾਂਪੰ ਸਧਨਾ ਸੋ ਆਪਣੇ ਧਨਖ ਦੇ ਚਿੱਲੇ ਤੇ ਜੋੜਿਆ ਹੈ। ਗੁਰੂ ਵੀਰ ਭਾਰੀ ਸੋ ਇਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੜੇ ਤਗੜੀ ਯੋਧੇ ਭਾਰੀ ਨੇ। ਨਿਹਾਰੇ ਅਗਾਰੀ ਅੱਗੇ ਖਲੋਤੇ ਵੇਖਿਆ ਹਰੀ ਚੰਦ ਨੇ, ਬਣਾਏ ਨਿਸ਼ਾਨਾ ਆਪਣਾ ਨਿਸ਼ਾਨਾ ਬਣਾ ਸਵਾਰ ਕਰਕੇ ਤੱਕਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇ। ਤਜਿਓ ਤੀਖ ਬਾਨਾ ਤਿੱਖਾ ਜਿਹੜਾ ਤੀਰ ਸੀ ਨਾ ਗੁਰੂ ਗੋਬਿੰਦ ਸਿੰਘ ਵਾਲ ਜੀ ਨੂੰ ਇਹਨੇ ਛੱਡਿਆ ਹੈ। ਗਇਓ ਹੱਥ ਹਾਲੀ ਫੇਰ ਇਹਦਾ ਜਿਹੜਾ ਹੱਥ ਹੈ ਹਿੱਲ ਗਿਆ, ਹਰੀ ਚੰਦ ਦਾ ਨਿਸ਼ਾਨੇ ਤੋਂ ਹੱਥ ਹਿੱਲ ਗਿਆ ਹੈ ਜੇ। ਭਇਓ ਵਾਰ ਖਾਲੀ ਉਹ ਵੀ ਦੂਜਾ ਵਾਰ ਵੀ ਖਾਲੀ ਚਲਾ ਗਿਆ ਹੈ। ਛੁਹਿਓ ਸ਼੍ਰੋਣ ਸੰਗਾ ਸੋ ਸ਼੍ਰੋਣ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੰਨ ਨੂੰ ਉਹ ਜਿਹੜਾ ਤੀਰ ਥੋੜਾ ਜਿਹਾ ਛੂ ਕਰਕੇ ਗਿਆ ਹੈ। ਪਰਿਓ ਸੋਖ ਤੰਗਾ ਸੋ ਕਹਿੰਦੇ ਤੀਰ ਛੂ ਕਰਕੇ ਗਾਂ ਯੁੱਧ ਭੂਮੀ ਦੇ ਵਿੱਚ ਰਣ ਖੇਤਰ ਦੇ ਵਿੱਚ ਡਿੱਗ ਗਿਆ ਹੈ। ਕਛੂ ਕਾਬ ਹੋਵਾ ਮਾਮੂਲੀ ਜਿਹਾ ਜਿਹੜਾ ਜ਼ਖਮ ਹੈ ਸਤਿਗੁਰੂ ਸਾਹਿਬ ਜੀ ਦੇ ਕੰਨ ਤੇ ਹੋਇਆ ਸੀ। ਲਹੂ ਬ੍ਰਿੰਦ ਜੋਵਾ ਕੁਝ ਕੁ ਲਹੂ ਦੀਆਂ ਜਿਹੜੀਆਂ ਬੂੰਦਾਂ ਕੰਨ ਦੇ ਵਿੱਚੋਂ ਡਿੱਗੀਆਂ ਨੇ। ਹਰੀ ਚੰਦ ਹੇਰੇ ਇਧਰ ਹਰੀ ਚੰਦ ਨੇ ਸਤਿਗੁਰੂ ਸਾਹਿਬ ਜੀ ਦੇ ਵੱਲ ਨੂੰ ਵੇਖਿਆ ਹੈ। ਬਿਸਮਿਓ ਕਨੇਰੇ ਬੜਾ ਗੁੱਸੇ ਦੇ ਬੜਾ ਹੈਰਾਨ ਹੋਇਆ ਵੇਖ ਕਰਕੇ ਕਿ ਦੂਜਾ ਵਾਰ ਵੀ ਮੇਰਾ ਖਾਲੀ ਚਲਾ ਗਿਆ ਹੈ। ਲੱਗੈ ਤੀਰ ਕੀ ਨਾਹੀ ਗੱਲ ਹੋ ਗਈ, ਅੱਜ ਮੇਰਾ ਤੀਰ ਹੀ ਨਹੀਂ ਲੱਗ ਰਿਹਾ, ਨਿਸ਼ਾਨਾ ਹੀ ਨਹੀਂ ਲੱਗ ਰਿਹਾ। ਭਇਓ ਮੋਹਿ ਕਾਹੀ ਕਹਿੰਦਾ ਅੱਜ ਮੈਨੂੰ ਕੀ ਹੋ ਗਿਆ ਵਾ ਕਿ ਜਿਹੜਾ ਮੇਰਾ ਤੀਰ ਹੀ ਨਹੀਂ ਲੱਗ ਰਿਹਾ ਨਿਸ਼ਾਨੇ ਤੇ। ਤੂੰ ਰੰਗੇ ਨਾ ਮਾਰਾ ਕਹਿੰਦਾ ਪਹਿਲਾ ਜਿਹੜਾ ਵਾਰ ਕੀਤਾ ਸੀ ਉਹ ਵਾਰ ਦੇ ਨਾਲ ਗੁਰੂ ਸਾਹਿਬ ਜੀ ਦਾ ਜਿਹੜਾ ਘੋੜਾ ਨਹੀਂ ਮਰਿਆ, ਨਾ ਛਤਰੂ ਸੰਘਾਰਾ ਨਾ ਹੀ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੂਜੇ ਤੀਰ ਦੇ ਨਾਲ ਸੋ ਮਰੇ ਹਨ। ਜੋ ਵਿਦਿਆ ਕਮਾਈ ਕਹਿੰਦਾ ਇੰਨੇ ਸਮੇਂ ਤੋਂ ਜਿਹੜੀ ਸ਼ਸਤਰ ਵਿਦਿਆ ਦਾ ਅਭਿਆਸ ਕਰਕੇ ਜਿਹੜੀ ਸ਼ਸਤਰ ਵਿਦਿਆ ਮੈਂ ਕਮਾਈ ਸੀ, ਨਹੀਂ ਕਾਮ ਆਈ ਸੋ ਅੱਜ ਯੁੱਧ ਭੂਮੀ ਦੇ ਵਿੱਚ ਭੰਗਾੜੀ ਸਾਹਿਬ ਦੇ ਵਿੱਚ ਇਹ ਕੰਮ ਨਹੀਂ ਆਈ। ਗੁਰੂ ਸਾਵਧਾਨਾ ਇਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮੇਰੇ ਸਾਹਮਣੇ ਸਨਮੁਖ ਹੈ, ਸਾਵਧਾਨ ਇਕਾਗਰ ਚਿਤ ਖਲੋਤੇ ਨੇ। ਅਡੋਲੰਗ ਨਿਸ਼ਾਨਾ ਸੋ ਕਹਿੰਦੇ ਡੋਲੰਗ ਨਿਸ਼ਾਨੇ ਤੇ ਖਲੋਤੇ ਨੇ, ਡੋਲਦੇ ਵੀ ਨਹੀਂ ਆ ਫਿਰ ਵੀ ਮੇਰਾ ਨਿਸ਼ਾਨਾ ਡੋਲ ਜਾਂਦਾ ਹੈ। ਤਉ ਮੈਂ ਨਾ ਹਾਨਾ ਸੋ ਫਿਰ ਵੀ ਗੁਰੂ ਸਾਹਿਬ ਨੂੰ ਮੈਂ ਹਾਨ ਮਾਰ ਨਹੀਂ ਸਕ ਰਿਹਾ। ਰਹਿਓ ਧਾਰ ਪ੍ਰਾਨਾ ਸੋ ਫਿਰ ਵੀ ਕਲਗੀਧਰ ਪਾਤਸ਼ਾਹ ਜੀ ਅਡੋਲ ਚਿਤ ਖਲੋਤੇ ਨੇ ਸਾਹਮਣੇ, ਸੋ ਮੈਂ ਮਾਰ ਨਹੀਂ ਸਕ ਰਿਹਾ, ਗੁਰੂ ਸਾਹਿਬ ਜੀ ਦੇ ਪ੍ਰਾਣ ਨਾਸ਼ ਨਹੀਂ ਕਰ ਪਾ ਰਿਹਾ। ਵਿਚਾਰੈ ਉਦਾਰਾ ਬਹੁਤ ਜ਼ਿਆਦੀਆਂ ਹਿਰਦੇ ਦੇ ਵਿੱਚ ਵਿਚਾਰਾਂ ਕਰਦਾ ਹਰੀ ਚੰਦ ਰਾਜਾ। ਮਨੋ ਜੁਧ ਹਾਰਾ ਮਾਨੋ ਕਹਿੰਦਾ ਯੁੱਧ ਹੀ ਹਾਰ ਗਿਆ ਹੋਵੇ। ਇਸ ਤਰ੍ਹਾਂ ਕਵੀ ਜੀ ਕਹਿੰਦੇ ਹਰੀ ਚੰਦ ਬੜੀਆਂ ਜ਼ਿਆਦੀਆਂ ਵਿਚਾਰਾਂ ਕਰਦਾ ਮਨ ਦੇ ਵਿੱਚ ਕਿ ਮੈਂ ਅੱਜ ਜੰਗ ਹਾਰ ਹੀ ਗਿਆ ਹੋਵਾਂ। ਪੁਨੰਗ ਦੇਖ ਨੈਣਾ ਫੇਰ ਆਪਣੇ ਨੇਤਰਾਂ ਦੇ ਨਾਲ ਕਲਗੀਧਰ ਪਾਤਸ਼ਾਹ ਜੀ ਦੇ ਵੱਲ ਵੇਖਿਆ ਹੈ। ਲਿਓ ਬਾਣ ਪੈਨਾ ਆਪਣੇ ਹੱਥਾਂ ਦੇ ਨਾਲ ਦੂਜਾ ਬਾਣ ਸੋ ਲਿਆ ਹੈ ਤੇ ਧਨਖ ਤੇ ਰੱਖਿਆ ਹੈ। ਤਕਿਓ ਬੀਚ ਛਾਤੀ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੀ ਜਿਹੜੀ ਛਾਤੀ ਦਾ ਨਿਸ਼ਾਨਾ ਤੱਕਿਆ ਹਰੀ ਚੰਦ ਰਾਜੇ ਨੇ। ਲੱਗੇ ਪ੍ਰਾਨ ਘਾਤੀ ਸੋ ਕਹਿੰਦੇ ਐਸਾ ਨਿਸ਼ਾਨਾ ਤੱਕਿਆ ਹਰੀ ਚੰਦ ਰਾਜੇ ਨੇ ਕਿ ਲੱਗਦੇ ਸਾਰੇ ਪ੍ਰਾਣ ਨਿਕਲ ਜਾਣ ਸਰੀਰ ਦੇ ਵਿੱਚੋਂ। ਕਰੇ ਓਜ ਸ਼ੋਰਾ ਸੋ ਬਹੁਤ ਜ਼ਿਆਦਾ ਓਜ ਬਲ ਲਾ ਕਰਕੇ ਛੱਡਣ ਲੱਗਾ ਹੈ। ਚੱਲਿਓ ਸ਼ੂਕ ਕੋਰਾ ਸੋ ਕਹਿੰਦੇ ਸ਼ੂਕ ਦਾ ਹੋਇਆ ਬੜਾ ਘੋਰ ਭਿਆੰਕਰ ਜਿਹੜਾ ਤੀਰਾ ਗਾਂ ਨੂੰ ਜਾਂਦਾ ਹੈ। ਹੋਤੀ ਬੰਦ ਪੇਟੀ ਸੋ ਜਿੱਥੇ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਰੀਰ ਤੇ ਕਮਰ ਤੇ ਲੱਕ ਢਿੱਡ ਲੱਕ ਦੇ ਨਾਲ ਜਿਹੜੀ ਪੇਟੀ ਬੰਨੀ ਹੋਈ ਸੀ, ਚਹੂ ਓਰੇ ਲਪੇਟੀ ਸੋ ਸਰੀਰ ਦੇ ਚੌਵਾਂ ਤਰਫਾਂ ਵੱਲੋਂ ਲਪੇਟੀ ਹੋਈ ਸੀ ਪੇਟੀ ਜਿਹੜੀ ਬੰਨੀ ਸੀ। ਸਰੰਗ ਅੰਗ ਕਾਤੀ ਸੋ ਸਰੰਗ ਅੰਗ ਘਾਤੀ ਇਸੇ ਤਰ੍ਹਾਂ ਹੀ ਉਹ ਜਿਹੜਾ ਤੀਰ ਸੀ ਨਾ, ਕਹਿੰਦੇ ਹਰੀ ਚੰਦ ਦਾ ਜਿਹੜਾ ਤੀਰ ਜ਼ਖਮੀ ਕਰਨ ਵਾਲਾ ਘਾਤੀ ਬਹੁਤ ਜ਼ਿਆਦਾ ਸੋ ਘਾਇਲ ਕਰਨ ਵਾਲਾ। ਲੱਗਿਓ ਬੀਚ ਛਾਤੀ ਸੋ ਵਿੱਚ ਛਾਤੀ ਦੇ ਆ ਲੱਗਿਆ ਹੈ ਤੀਰ। ਤਾਹਾ ਦਵਾਲ ਪਾਥਾ ਜਿੱਥੇ ਕਮਰ ਕੱਸੇ ਦੇ ਸਹਿਤ ਜਿਹੜਾ ਪੱਥੇ ਦਾ ਗਾਤਰਾ ਆਉਂਦਾ ਹੈ ਸੋ ਉਹਦੀ ਸੇਧ ਦੇ ਵਿੱਚ। ਸੋ ਪੇਟੀ ਕੇ ਸਾਥਾ ਸੋ ਇਸੇ ਤਰ੍ਹਾਂ ਹੀ ਕਮਰ ਕੱਸੇ ਨੂੰ
ਤੋ ਜਿਹੜਾ ਪੱਥੇ ਦਾ ਗਾਤਰੇ ਨੂੰ ਵਿੰਨਦਾ ਹੋਇਆ ਜਿਹੜੀ ਪੇਟੀ ਬੰਨੀ ਹੋਈ ਸੀ ਉਹਦੇ ਜਾ ਕਰਕੇ ਵੱਜਾ ਹੈ। ਗਇਓ ਭੇਦ ਸੋ ਦੋ ਇਸੇ ਤਰ੍ਹਾਂ ਵਿੰਨ ਕਰਕੇ ਕਮਰ ਕੱਸੇ ਨੂੰ ਪੱਥੇ ਦੇ ਜਿਹੜਾ ਗਾਤਰਾ ਪਾਇਆ ਸੀ ਉਹਨੂੰ ਅਤੇ ਪੇਟੀ ਨੂੰ ਵਿੰਦਾ ਹੋਇਆ ਜਾ ਵੱਜਾ ਹੈ। ਚੁੱਬਿਓ ਚਰਮ ਸੋ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਰੀਰ ਤੇ ਕੁਝ ਕੁ ਜਿਹੜਾ ਤੀਰ ਜਿਹੜਾ ਖੁਬਿਆ ਹੈ ਚੁਭਿਆ ਹੈ। ਗੁਰੂ ਕਾਢ ਗੇਰਾ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਉਸ ਸਮੇਂ ਉਹ ਜਿਹੜਾ ਤੀਰ ਸੀ ਨਾ ਸੋ ਕੱਢ ਕਰਕੇ ਸੁੱਟ ਦਿੱਤਾ ਧਰਤੀ ਤੇ। ਕਹਿਓ ਤਾਹੇ ਬੇਰਾ ਸੋ ਉਸ ਸਮੇਂ ਹਰੀ ਚੰਦ ਰਾਜੇ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਤਰ੍ਹਾਂ ਆਖਿਆ ਹੈ। ਦੋਹਰਾ ਸਾਧ ਸਾਧ ਬਲ ਤੋਹੇ ਕੋ ਉਹ ਹਰੀ ਚੰਦ ਰਾਜੇ ਸ਼ਾਬਾਸ਼ ਸ਼ਾਬਾਸ਼ ਤੇਰੇ ਬਲ ਨੂੰ। ਜਿਸ ਪਰ ਧਰਤ ਗੁਮਾਨ ਉਹ ਹਰੀ ਚੰਦ ਰਾਜੇ ਇੰਨਾ ਹੀ ਤੇਰੇ ਚ ਬਲ ਸੀ, ਇੰਨਾ ਹੀ ਸ਼ਸਤਰ ਵਿਦਿਆ ਦਾ ਤੂੰ ਬੜਾ ਗੁਮਾਨ ਅਭਿਮਾਨ ਹੰਕਾਰ ਧਾਰਦਾ ਸੀ, ਇੰਨਾ ਹੀ ਤੇਰੇ ਵਿੱਚ ਬਲ ਹੈ। ਵਿਦਿਆ ਸਿੱਖੀ ਇਤ ਕਹੀ ਉਹ ਜਿਹੜੀ ਤੂੰ ਸ਼ਸਤਰ ਵਿਦਿਆ ਦੀ ਜਿਹੜੀ ਵਿਦਿਆ ਸਿੱਖੀ ਹੈ ਸ਼ਸਤਰਾਂ ਦੀ ਸੋ ਇੰਨੀ ਕੀ ਸਿੱਖੀ ਹੈ। ਕਹਾ ਓਜ ਤਜ ਬਾਣ ਸੋ ਕਹਿੰਦਾ ਇੰਨਾ ਕੀ ਸੱਚੇ ਪਾਤਸ਼ਾਹ ਹਰੀ ਚੰਦ ਨੂੰ ਕਹਿੰਦਾ ਇੰਨਾ ਕੀ ਬਲ ਹੈ, ਜੇ ਬਲ ਦੇ ਨਾਲ ਤੂੰ ਤੀਰ ਛੱਡਿਆ ਪੂਰੇ ਬਲ ਦੇ ਨਾਲ ਇੰਨਾ ਕੀ ਬਲ ਹੈ ਤੇਰੇ ਪਾਸ। ਛਤਰੂ ਹਤਨ ਤੋ ਕ੍ਰਿਤ ਰਹਿਓ ਕਿਤ ਰਹੇ ਹੋ ਸੋ ਇਸੇ ਤਰ੍ਹਾਂ ਹੀ ਸ਼ਤਰੂ ਸੋ ਕਹਿੰਦੇ ਕਿਤ ਰਹੇ ਹੋ ਸ਼ਤਰੂ ਵੈਰੀ ਨੂੰ ਮਾਰਨਾ ਤਾਂ ਕਿੱਥੇ ਦੀ ਗੱਲ ਰਹੀ। ਕਾਵ ਤਨਕ ਨਹਿ ਪਾਏ ਉਹ ਹਰੀ ਚੰਦ ਰਾਜੇ ਇੱਕ ਮਰਤੀ ਮਾਤਰ ਵੀ ਤੂੰ ਜ਼ਖਮ ਨਹੀਂ ਫਟ ਨਹੀਂ ਦੇ ਸਕਿਆ ਘਾਵ ਨਹੀਂ ਕਰ ਸਕਿਆ। ਕਹਾ ਕਰਹਿ ਵਿਸ਼ਵਾਸ ਕੋ ਸੋ ਅਸੀਂ ਤੇਰੇ ਉੱਤੇ ਕਿੱਥੇ ਕੀ ਵਿਸ਼ਵਾਸ ਕਰੀਏ। ਲਿਓ ਵਿਜੈ ਅਰ ਇਹ ਤੂੰ ਕਾਏ ਯੁੱਧ ਭੂਮੀ ਦੇ ਵਿੱਚ ਆ ਲੜ ਕਰਕੇ ਕਮਸਾਨ ਦਾ ਯੁੱਧ ਕਰਕੇ ਜਿੱਤ ਪ੍ਰਾਪਤ ਕਰ ਲਵੇਂਗਾ, ਇਸ ਤਰ੍ਹਾਂ ਤੇਰੇ ਤੇ ਅਸੀਂ ਕੀ ਵਿਸ਼ਵਾਸ ਕਰੀਏ। ਤੀਨ ਵਾਰ ਤੈ ਕਰ ਚੁੱਕਿਓ ਹਰੀ ਚੰਦ ਰਾਜੇ ਤੂੰ 3 ਵਾਰ ਕਰ ਚੁੱਕਿਆ ਹੁਣ। ਅਬ ਦੇਹੋ ਮੇਰੋ ਸੋ ਵਾਰ ਹੁਣ ਇਹ ਹਰੀ ਚੰਦ ਰਾਜਨ ਮੇਰੀ ਵਾਰੀ ਹੈ ਮੈਨੂੰ ਵਾਰ ਕਰਨ ਦੇ। ਦੇਖੋ ਵਿਦਿਆ ਤਨੁਖ ਕੀ ਸੋ ਹੁਣ ਤੈਨੂੰ ਦੱਸਦੇ ਆ ਧਨਖ ਵਿਦਿਆ ਕੀ ਹੁੰਦੀ ਹੈ। ਸੋ ਟਿਕ ਕਰਕੇ ਸਾਡੇ ਵਾਰ ਨੂੰ ਵੇਖਾ ਧਨਖ ਵਿਦਿਆ ਹੈ ਜੋ ਉਸ ਨੂੰ ਤੂੰ ਦੇਖਣਾ ਕਰ। ਜਿਮ ਭਟਕ ਰਹੇ ਉਚਾਰ ਜਿਸ ਤਰ੍ਹਾਂ ਜੰਗੀ ਯੋਧੇ ਸੂਰਮੇ ਉਚਾਰਨ ਕਰਕੇ ਦਾਦੇ ਆਪ ਦੇ ਵਿੱਚ ਵਿਚਾਰਾਂ ਕਰਦੇ ਆ ਧਨਖ ਵਿਦਿਆ ਦੀਆਂ ਗੱਲਾਂ ਕਰਦੇ ਆ, ਤੈਨੂੰ ਹੁਣ ਧਨਖ ਵਿਦਿਆ ਸ਼ਸਤਰ ਵਿਦਿਆ ਦਿਖਾਵਾਂਗੇ। ਲੱਗਿਓ ਬਾਣ ਕਾਢਿਓ ਜਬੈ ਸੋ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਿਹੜਾ ਤੀਰ ਲੱਗਾ ਸੀ ਸੋ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸੋ ਉਹ ਤੀਰ ਨੂੰ ਕੱਢਿਆ ਹੈ ਜੇ। ਸੀ ਸ਼੍ਰੋਣਤ ਬੂੰਦ ਸੋ ਇਸੇ ਤਰ੍ਹਾਂ ਹੀ ਕਹਿੰਦੇ ਨਿੱਕੀ ਜੀ ਬੂੰਦ ਥੋੜੀ ਜੀ ਬੂੰਦ ਨਿਕਲੀ ਹੈ ਸੋ ਉਹ ਜਦੋਂ ਬਾਣ ਕੱਢਿਆ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੋ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹਰ ਖੇ ਹਿਰਦੈ ਬੁਲੰਦ ਸੋ ਹਿਰਦੇ ਦੇ ਵਿੱਚ ਆ ਬਹੁਤ ਜ਼ਿਆਦਾ ਖੁਸ਼ ਹੋਏ ਹਨ। ਸੋ ਆਪਣੇ ਖੂਨ ਨੂੰ ਵੇਖ ਕਰਕੇ ਜਿਹੜੇ ਜੰਗੀ ਯੋਧੇ ਸੂਰਮੇ ਹੁੰਦੇ ਨੇ ਸੋ ਇਸੇ ਤਰ੍ਹਾਂ ਆਪਣੇ ਖੂਨ ਨੂੰ ਵੇਖ ਕਰਕੇ ਲਾਲੀ ਨੂੰ ਵੇਖ ਕਰਕੇ ਬੜੇ ਖੁਸ਼ ਹੁੰਦੇ ਨੇ ਯੁੱਧ ਭੂਮੀ ਦੇ ਵਿੱਚ। ਛਤਰੇ ਧਰਮ ਕੋ ਧਾਰ ਕੈ ਕਦੋਂ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਛਤਰੀ ਧਰਮ ਨੂੰ ਧਾਰਿਆ ਆਪਣੇ ਖੂਨ ਨੂੰ ਵੇਖ ਕੇ। ਭੈ ਨਾ ਕਰਹਿ ਬਰਬੀਰ ਉਹ ਜਿਹੜੇ ਜੰਗੀ ਯੋਧੇ ਜਰਨੈਲ ਸੂਰਮੇ ਹੁੰਦੇ ਨੇ ਵੈਰੀਆਂ ਦਾ ਸੋ ਭੈ ਨਹੀਂ ਕਰਦੇ ਡਰ ਨਹੀਂ ਮੰਨਦੇ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆ ਨਿਰਭੈ ਹੋ ਕਰਕੇ ਸੋ ਛਤਰੀ ਧਰਮ ਨੂੰ ਧਾਰਨ ਕੀਤਾ ਹੈ। ਪੁਨਰਿਪ ਸਨ ਮੁਖ ਦੇਖ ਕੈ ਸੋ ਇਸੇ ਤਰ੍ਹਾਂ ਹੀ ਬਾਅਦ ਦੇ ਵਿੱਚ ਜਿਹੜਾ ਪਹਾੜੀ ਰਾਜਾ ਸੀ ਉਹਦੇ ਵੱਲ ਨੂੰ ਵੇਖ ਕੇ ਖਰੇ ਖੇਤ ਧਰ ਧੀਰ ਸੋ ਧੀਰਜ ਧਾਰ ਕਰਕੇ ਯੁੱਧ ਭੂਮੀ ਦੇ ਵਿੱਚ ਖੜ ਗਏ ਨੇ। ਰਸਾਵਲ ਛੰਦ ਜਬੈ ਬਾਣ ਲਾਗਿਓ ਸੋ ਇਸੇ ਤਰ੍ਹਾਂ ਕਹਿੰਦੇ ਜਦੋਂ ਬਾਣ ਲੱਗਿਆ ਸੀ ਸੱਚੇ ਪਾਤਸ਼ਾਹ ਜੀ ਦੇ ਤਿਖੇ ਕੋਪ ਜਾਗਿਓ ਉਸੇ ਟਾਈਮ ਬੜਾ ਸਤਿਗੁਰੂ ਸਾਹਿਬ ਜੀ ਨੂੰ ਜਿਹੜਾ ਵੀਰ ਰਸ ਹੈ ਕ੍ਰੋਧ ਜਾਗਿਆ ਹੈ ਹਰੀ ਚੰਦ ਤੇ। ਇਸ ਤਰ੍ਹਾਂ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਬਚਿੱਤਰ ਨਾਟਕ ਦੇ ਵਿੱਚ ਇਹ ਸਾਰਾ ਜਿਹੜਾ ਯੁੱਧ ਦਾ ਪ੍ਰਸੰਗ ਵਰਣਨ ਕੀਤਾ ਹੈ। ਸਤਿਗੁਰੂ ਸਾਹਿਬ ਜੀ ਦਾ ਸੋ ਬਚਨ ਆਉਂਦਾ ਹੈ ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ ਕਰੰਗ ਲੈ ਕਮਾਣੰ ਹਣੰ ਬਾਣ ਤਾਣੰ ਸਭੈ ਵੀਰ ਧਾਏ ਸਰੋਗੰ ਚਲਾਏ ਤਬੈ ਤਾਕ ਬਾਣੰ ਹਨਿਓ ਇੱਕ ਜਵਾਣੰ। ਇਸ ਤਰ੍ਹਾਂ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭੰਗਾਣੀ ਸਾਹਿਬ ਵਾਲੇ ਸਥਾਨ ਤੇ ਜਦੋਂ ਤੀਰ ਵੱਜਾ ਹੈ ਕਲਗੀਧਰ ਪਾਤਸ਼ਾਹ ਜੀ ਦੇ ਛਾਤੀ ਤੇ ਸੋ ਸੱਚੇ ਪਾਤਸ਼ਾਹ ਜੀ ਦੇ ਤੀਰ ਕੱਢਿਆ ਹੈ ਸੋ ਲਹੂ ਨੂੰ ਵੇਖਿਆ ਰੋਹ ਜਾਗਿਆ ਹੈ ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ। ਜਦੋਂ ਕੋਈ ਵੈਰੀ
ਹਮਲਾ ਕਰਦਾ ਹੈ, ਵਾਰ ਕਰਦਾ ਹੈ ਨਾ, ਸੋ ਜੰਗੀ ਯੋਧੇ ਜਰਨੈਲ ਸੂਰਬੀਰ ਜਿਹੜੇ ਸਿੱਖ ਹਨ, ਸੋ ਉਹਨਾਂ ਦੇ ਅੰਦਰ ਰੋਹ ਜਾਗ ਜਾਂਦਾ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਦੋਂ ਤੀਰ ਲੱਗਾ ਸੀ ਹਰੀ ਚੰਦ ਦਾ ਛੱਡਿਆ ਹੋਇਆ, ਬਹੁਤ ਜ਼ਿਆਦਾ ਵੀਰ ਰਸ ਜਾਗਿਆ ਕਲਗੀਧਰ ਪਾਤਸ਼ਾਹ ਜੀ ਦੇ। ਲਿਓ ਚਾਂਪ ਆਪੂ ਸੋ ਆਪਣੇ ਹੱਥਾਂ ਦੇ ਵਿੱਚ ਨੌ ਟੰਕੀ ਜਿਹੜਾ ਧਨਖ ਹੈ ਉਸ ਨੂੰ ਹੱਥ ਦੇ ਵਿੱਚ ਫੜ ਲਿਆ ਹੈ। ਮਹਾ ਸ਼ਤਰੂ ਖਾਪੂ ਜਿਹੜਾ ਬੜਾ ਮਹਾਨ ਵੱਡੇ ਵੱਡੇ ਸ਼ਤਰੂਆਂ ਵੈਰੀਆਂ ਨੂੰ ਮਾਰਨ ਵਾਲਾ ਹੈ, ਐਸਾ ਧਨਖ ਸਤਿਗੁਰੂ ਸਾਹਿਬ ਜੀ ਨੇ ਆਪਣੇ ਹੱਥ ਦੇ ਵਿੱਚ ਫੜ ਲਿਆ ਹੈ ਜੀ। ਕੱਢਿਓ ਤੀਰ ਤੀਖਾ ਸੋ ਪੱਥੇ ਦੇ ਵਿੱਚੋਂ ਤਿੱਖਾ ਤੀਰ ਕੱਢ ਲਿਆ ਹੈ ਕਲਗੀਧਰ ਪਾਤਸ਼ਾਹ ਜੀ ਨੇ। ਜੋ ਸਾਪੰਗ ਸਰੀਖਾ ਸੋ ਕਹਿੰਦੇ ਜਿਹੜਾ ਤਿੱਖੇ ਨਾਗ, ਕਾਲੇ ਨਾਗ, ਜ਼ਰੀਲੇ ਨਾਗ ਵਰਗਾ ਤਿੱਖਾ ਤੀਰ ਸੀ ਪੱਥੇ ਦੇ ਵਿੱਚੋਂ ਕਲਗੀਧਰ ਪਾਤਸ਼ਾਹ ਜੀ ਨੇ ਕੱਢ ਲਿਆ ਹੈ ਜੀ। ਗੁਣੰਗ ਜੋਰ ਤਾਨਾ ਸੋ ਗੁਣ ਕਰਕੇ, ਸੋ ਜੋੜ ਕਰਕੇ, ਚੱਲੇ ਤੇ ਜੋੜ ਕਰਕੇ, ਸੋ ਤਾਣਿਆ ਹੈ ਵੈਰੀ ਵੱਲ, ਹਰੀ ਚੰਦ ਵੱਲ ਨੂੰ। ਲੱਗਿਓ ਪਾਨ ਕਾਨਾ ਸੋ ਸਤਿਗੁਰੂ ਸਾਹਿਬ ਨੇ ਜਦੋਂ ਚੱਲੇ ਤੇ ਤੀਰ ਰੱਖਿਆ ਹੈ, ਸੋ ਜੋੜਿਆ, ਤੰਦੀ ਨੂੰ ਖਿੱਚਿਆ ਹੈ, ਤੰਦੀ ਆ ਕੰਨ ਦੇ ਨਾਲ ਲੱਗੀ ਹੈ। ਕਲਗੀਧਰ ਪਾਤਸ਼ਾਹ ਜੀ ਦਾ ਜਿਹੜਾ ਹੱਥ ਹੈ, ਸੋ ਕੰਨ ਨੂੰ ਆਣ ਲੱਗਿਆ, ਇੰਨੀ ਜ਼ੋਰ ਦੀ ਤੀਰ ਖਿੱਚਿਆ ਕਲਗੀਧਰ ਪਾਤਸ਼ਾਹ ਜੀ ਨੇ, ਸੋ ਤੰਦੀ ਨੂੰ ਖਿੱਚਿਆ ਹੈ। ਹਰੀ ਚੰਦ ਹੀਰਾ ਹਰੀ ਚੰਦ ਵੱਲ ਨੂੰ ਵੇਖਿਆ, ਨਿਸ਼ਾਨਾ ਬੰਨਿਆ ਹੈ ਗੁਰੂ ਪਾਤਸ਼ਾਹ ਜੀ ਨੇ। ਨਿਛਾਨੋ ਬਡੇਰਾ ਬਹੁਤ ਤਗੜਾ ਵੱਡਾ ਨਿਸ਼ਾਨਾ ਸਤਿਗੁਰੂ ਸਾਹਿਬ ਜੀ ਨੇ ਬੰਨਿਆ ਹਰੀ ਚੰਦ ਰਾਜੇ ਤੇ। ਹਿਰਦੇ ਤਾਕ ਆਛੇ ਹਿਰਦੇ ਦੇ ਵਿੱਚ ਚੰਗੀ ਤਰ੍ਹਾਂ ਤੱਕ ਕਰਕੇ, ਰਿਪੂ ਨਾਸ਼ ਬਾਛੇ ਸੋ ਜਿਹੜਾ ਹਰੀ ਚੰਦ ਰਾਜਾ ਸੀ ਨਾ, ਸੋ ਇਸ ਨੂੰ ਮਾਰਨਾ ਚਾਹੁੰਦੇ, ਇਸ ਤਰ੍ਹਾਂ ਨਿਸ਼ਾਨਾ ਤੱਕਿਆ ਚੰਗੀ ਤਰ੍ਹਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ। ਤਜਿਓ ਸ਼ੀਗਰ ਧਾਰੀ ਸੋ ਸ਼ੀਗਰਤਾਈ ਦੇ ਨਾਲ ਉਹ ਜਿਹੜਾ ਤੀਰ ਸੀ ਨਾ ਧਾਰੇ, ਸੋ ਸ਼ੀਗਰਤਾ ਬਹੁਤ ਛੇਤੀ ਦੇ ਨਾਲ ਤੀਰ ਛੱਡਿਆ ਹੈ। ਗਇਓ ਬੇਗ ਭਾਰੀ ਬੜੀ ਤੇਜ਼ੀ ਦੇ ਨਾਲ, ਸੋ ਰਫਤਾਰ ਦੇ ਨਾਲ ਤੀਰ ਹਰੀ ਚੰਦ ਰਾਜੇ ਵੱਲ ਨੂੰ ਗਿਆ ਹੈ ਜੇ। ਦਸਿਓ ਨਾਗ ਮਾਨੋ ਸੋ ਕਹਿੰਦੇ ਮਾਨੋ ਕਾਲੇ ਨਾਗ, ਜ਼ਰੀਲੇ ਨਾਗ ਨੇ ਡਸ ਲਿਆ ਹੋਏ ਚੰਦ ਰਾਜੇ ਨੂੰ। ਗਿਰਿਓ ਪ੍ਰਾਨ ਹਾਨੋ ਉਹਦੇ ਪ੍ਰਾਣ ਹਾਨ ਹੋ ਗਏ ਨੇ ਹਰੀ ਚੰਦ ਰਾਜੇ ਨੇ। ਸੋ ਯੁੱਧ ਭੂਮੀ ਦੇ ਵਿੱਚ ਜਾ ਡਿੱਗਾ ਹੈ। ਰਿੱਦਾ ਫੂਰ ਮਾਰਾ ਸੋ ਜਿਹੜਾ ਉਹਦਾ ਹਿਰਦਾ ਸੀ ਨਾ, ਛਾਤੀ ਨੂੰ ਪਾੜ ਦਿੱਤਾ ਹੈ ਤੀਰ ਨੇ। ਕਰਿਓ ਜਾਏ ਨਿਆਰਾ ਸੋ ਨਿਆਰਾ ਹੋ ਕਰਕੇ, ਛਾਤੀ ਨੂੰ ਪਾੜ ਕਰਕੇ, ਤੀਰ ਬਹੁਤ ਦੂਰ ਜਾ ਕਰਕੇ ਧਰਤੀ ਤੇ ਡਿੱਗ ਗਿਆ ਨਿਆਰਾ ਹੋ ਕਰਕੇ। ਤਰੂ ਜਿਉ ਪੁਰਾਨਾ ਸੋ ਕਵੀ ਜੀ ਇੱਥੇ ਉਦਾਹਰਨ ਦਿੰਦੇ ਨੇ, ਕਹਿੰਦੇ ਹਰੀ ਚੰਦ ਰਾਜਾ ਇਸ ਤਰ੍ਹਾਂ ਮਾਰ ਦਿੱਤਾ ਹੈ ਜਿਸ ਤਰ੍ਹਾਂ ਕੋਈ ਪੁਰਾਣਾ ਰੁੱਖ ਡਿੱਗ ਜਾਵੇ। ਮਨੋ ਬਾਜੂ ਹਾਨਾ ਸੋ ਕਹਿੰਦੇ ਪੁਰਾਣੇ ਰੁੱਖ ਨੂੰ ਬਹੁਤ ਤੇਜ਼ ਹਨੇਰੀ ਆਈ ਹੋਵੇ, ਜੜ੍ਹਾਂ ਤੋਂ ਪੁੱਟ ਸੁੱਟਦੀ ਹੈ, ਇਸ ਤਰ੍ਹਾਂ ਹਰੀ ਚੰਦ ਰਾਜੇ ਨੂੰ ਮਾਰ ਸੁੱਟਿਆ ਕਲਗੀਧਰ ਪਾਤਸ਼ਾਹ ਜੀ ਨੇ ਇੱਕੋ ਤੀਰ ਦੇ ਨਾਲ। ਵਿਖਿਓ ਦੋਨ ਓਰਾ ਇਹ ਦੋਵਾਂ ਪਾਸੋਂ ਸੂਰਮਿਆਂ ਨੇ ਵੇਖਿਆ ਕਲਗੀਧਰ ਪਾਤਸ਼ਾਹ ਜੀ ਨੇ ਜਿਸ ਤਰ੍ਹਾਂ ਬੜਾ ਤਗੜਾ ਜੰਗੀ ਯੋਧਾ ਕਹਾਉਂਦਾ ਸੀ ਹਰੀ ਚੰਦ ਰਾਜਾ, ਬਹੁਤ ਜ਼ਿਆਦਾ ਤਿੱਖੇ ਨਿਸ਼ਾਨੇ ਸੋ ਸਾਧਦਾ ਸੀ, ਬੜਾ ਨਿਸ਼ਾਨ ਚੀਜ਼ ਸੀ। ਉਸ ਨੂੰ ਇੱਕੋ ਤੀਰ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਮਾਰਿਆ ਹੈ, ਦੋਵਾਂ ਤਰਫ ਦੇ ਜਿਹੜੇ ਸੂਰਮੇ ਹਨ ਵੇਖਣ ਲੱਗ ਗਏ ਨੇ। ਕਰਿਓ ਪੂਰ ਸ਼ੋਰਾ ਸੋ ਇਧਰ ਸਾਰੇ ਸੂਰਮਿਆਂ ਨੇ ਬਹੁਤ ਜ਼ਿਆਦਾ ਭਾਰੀ ਸ਼ੋਰ ਮਚਾਇਆ ਹੈ। ਹਰੀ ਚੰਦ ਦੇ ਸੂਰਮਿਆਂ ਨੇ ਵੀ ਬੜਾ ਜ਼ਿਆਦਾ ਸ਼ੋਰ ਮਚਾਇਆ, ਹੱਲਾ ਕੀਤਾ ਹੈ। ਪਟੰਗ ਹੇਲ ਕਾਲਾ ਸੋ ਯੋਧਿਆਂ ਨੇ ਬਹੁਤ ਜ਼ਿਆਦਾ ਹੱਲਾ ਕੀਤਾ ਇੱਕ ਦੂਸਰਿਆਂ ਦੇ ਉੱਤੇ। ਪਠਾਨੇ ਬਸਾਲਾ ਇਧਰ ਪਠਾਨ ਵੀ ਬੜੇ ਚੜ ਕੇ ਆਏ ਨੇ ਯੋਧਿਆਂ ਦੇ ਉੱਪਰ। ਗੁਰੂ ਬਾਣ ਮਾਰੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਇਹਨਾਂ ਨੂੰ ਧਾਵਾ ਬੋਲਦੇ ਇਧਰ ਆਉਂਦਿਆਂ ਵੇਖ ਕਰਕੇ ਪਠਾਨਾਂ ਦੇ ਉੱਪਰ ਤਿੱਖੇ ਤੀਰਾਂ ਦਾ ਵਾਰ ਕੀਤਾ ਹੈ। ਅਨੇਕੈ ਸੰਘਾਰੇ ਬਹੁਤ ਜ਼ਿਆਦਾ ਜਿਹੜੇ ਨਮਕ ਹਰਾਮ ਪਠਾਨ ਸੀ, ਵੈਰੀ ਸੀ, ਉਹਨਾਂ ਨੂੰ ਮਾਰ ਮੁਕਾਇਆ ਯੁੱਧ ਭੂਮੀ ਦੇ ਵਿੱਚ। ਚਲਿਓ ਅਗਰ ਆਇਓ ਸੋ ਇਸੇ ਤਰ੍ਹਾਂ ਜਿਹੜੇ ਵੀ ਅਗਾਂਹ ਨੂੰ ਚੱਲ ਕੇ ਆਉਂਦੇ ਸੀ, ਵੱਧਦੇ ਆਉਂਦੇ ਸੀ, ਹੱਲਾ ਕਰਦੇ ਹੋਏ ਹਮਲਾ ਕਰਨ ਵਾਸਤੇ। ਸੋ ਜਾਣੈ ਨਾ ਪਾਇਓ ਸੋ ਕਹਿੰਦੇ ਫਿਰ ਵਾਪਸ ਨਹੀਂ ਜਾਣ ਪਾਣ ਦਿੱਤੇ, ਪਿੱਛੇ ਨਹੀਂ ਜਾਣ ਦਿੱਤੇ, ਜਾਨ ਨਹੀਂ ਬਚਣ ਦਿੱਤੀ। ਸੋ ਇਸੇ ਤਰ੍ਹਾਂ ਜਿਹੜੇ ਸੂਰਮੇ ਵੈਰੀ ਚੜ ਕੇ ਆਏ ਸੀ, ਸੋ ਉਹਨਾਂ ਨੂੰ ਵਾਪਸ ਨਹੀਂ ਜਾਣ ਦਿੱਤਾ। ਕਨੇ ਕਾਏ ਗਿਰੇ ਸੋ ਬਹੁਤ ਜ਼ਿਆਦੇ ਗੁਰੂ ਸਾਹਿਬ ਜੀ ਦੇ ਸੂਰਮਿਆਂ ਨੇ, ਕਲਗੀਧਰ ਪਾਤਸ਼ਾਹ ਜੀ ਨੇ ਤੀਰ ਮਾਰ ਮਾਰ ਕਰਕੇ ਜਿਹੜੇ ਵੈਰੀ ਪਠਾਨ ਸੀ,
ਸੋ ਮਾਰ ਮਕਾਏ ਨੇ ਧਰਤੀ ਤੇ ਸੁੱਟ ਦਿੱਤੇ ਨੇ। ਤਰਸੇ ਮ੍ਰਿਤ ਹੇਰੇ ਸੋ ਕਈ ਤਾਂ ਜਿਹੜੇ ਸੂਰਮੇ ਸੀ, ਪਠਾਨ ਸੀ ਸਿਨਾ, ਉਹ ਮੌਤ ਤੋਂ ਡਰ ਪਾ ਕਰਕੇ ਬੜੇ ਭੈ ਦੇ ਸਹਿਤ ਹੋਏ ਨੇ। ਲੀਏ ਸੂਰਮ ਪਮਾਰੀ ਸੋ ਇਸੇ ਤਰ੍ਹਾਂ ਬਹੁਤ ਜ਼ਿਆਦੇ ਸੂਰਮੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ, ਸਤਿਗੁਰੂ ਸਾਹਿਬ ਜੀ ਦੇ ਜੰਗੀ ਯੋਧੇ ਜਰਨੈਲਾਂ ਨੇ ਮਾਰ ਮਕਾਏ ਨੇ ਯੁੱਧ ਭੂਮੀ ਦੇ ਵਿੱਚ। ਭਜੇ ਭੀਰ ਭਾਰੀ ਬਹੁਤ ਜ਼ਿਆਦੀ ਵੈਰੀਆਂ ਦੀ ਜਿਹੜੀ ਭੀੜ ਹੈ, ਦਲ ਹੈ, ਆਪਣੀ ਜਾਨ ਬਚਾਉਣ ਵਾਸਤੇ ਇੱਧਰ ਉੱਧਰ ਭੱਜਦੇ ਹਨ। ਕਾਹਾ ਲੋ ਉਚਾਰੈ ਸੋ ਕਵੀ ਜੀ ਕਹਿੰਦੇ ਕਿੱਥੋਂ ਤੱਕ ਜਿਹੜੀ ਕਥਾ ਹੈ, ਸੋ ਉਹ ਜਿਹੜਾ ਭੰਗਾਣੀ ਸਾਹਿਬ ਦਾ ਪ੍ਰਸੰਗ ਸੀ ਉਸ ਨੂੰ ਵਿਸਥਾਰ ਦੇ ਨਾਲ ਸਰੋਤੇ ਜਨੋ ਕਹਿ ਕਰਕੇ ਦੱਸੀਏ। ਪਰੀ ਲੋਹ ਮਾਰੈ ਸੋ ਕਹਿੰਦੇ ਭੰਗਾਣੀ ਸਾਹਿਬ ਵਾਲੇ ਸਥਾਨ ਤੇ ਲੋਹਿਆਂ ਦੀ, ਸੋ ਕਿਰਪਾਨਾਂ ਦੀ, ਸ਼ਸਤਰਾਂ ਦੀ ਬਹੁਤ ਭਾਰੀ ਮਾਰ ਵੱਜੀ ਹੈ। ਦੋਵਾਂ ਪਾਸਿਆਂ ਤੋਂ ਬਹੁਤ ਜ਼ਿਆਦਾ ਘਮਸਾਣ ਦਾ ਯੁੱਧ ਹੋਇਆ ਸੀ। ਗੁਰੂ ਜੀਤ ਹੋਈ ਸੋ ਇਸੇ ਤਰ੍ਹਾਂ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੀ ਭੰਗਾਣੀ ਸਾਹਿਬ ਵਾਲੇ ਸਥਾਨ ਤੇ ਜਿੱਤ ਹੋਈ ਹੈ ਜੇ। ਦਲੰਗ ਜਾਨ ਦੋਈ ਸੋ ਇਸੇ ਤਰ੍ਹਾਂ ਹੀ ਦਲੰਗ ਜਾਨ ਦੋਈ, ਸੋ ਇਸੇ ਤਰ੍ਹਾਂ ਹੀ ਦੋਵੇਂ ਜਿਹੜੀਆਂ ਸੈਨਾ ਸੀ ਜਾਣ ਗਈਆਂ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਭਾਰੀ ਜੰਗ ਹੋਈ ਹੈ ਭੰਗਾਣੀ ਸਾਹਿਬ ਵਾਲੇ ਸਥਾਨ ਤੇ। ਸੋ ਬਹੁਤ ਜ਼ਿਆਦਾ ਜਿਹੜੇ ਪਠਾਨ ਸੀ, ਵੈਰੀ ਸੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਤੀਰ ਮਾਰ ਕਰਕੇ ਮਾਰ ਮੁਕਾਏ ਨੇ। ਸੋ ਕਈ ਤਾਂ ਆਪੋ ਆਪਣੀਆਂ ਜਾਨਾਂ ਬਚਾ ਕਰਕੇ ਯੁੱਧ ਭੂਮੀ ਦੇ ਵਿੱਚੋਂ ਇੱਧਰ ਉੱਧਰ ਭੱਜ ਰਹੇ ਹਨ। ਸੋ ਇਸ ਤਰ੍ਹਾਂ ਸਤਿਗੁਰੂ ਸਾਹਿਬ ਜੀਆਂ ਨੇ ਬਹੁਤ ਜ਼ਿਆਦਾ ਭਿਆਨਕ ਯੁੱਧ ਕੀਤਾ ਹੈ ਭੰਗਾਣੀ ਸਾਹਿਬ ਵਾਲੇ ਸਥਾਨ ਤੇ। ਸੋ ਇੱਧਰ ਆ ਜਿਹੜਾ ਹਰੀ ਚੰਦ ਰਾਜਾ ਸੀ, ਸ਼ਸਤਰ ਵਿਦਿਆ ਦੇ ਵਿੱਚ ਆ ਨਿਪੁੰਨ ਸੀ, ਬਹੁਤ ਤਗੜਾ ਅਭਿਆਸੀ ਸੀ ਤੀਰ ਅੰਦਾਜ਼ੀ ਦੇ ਵਿੱਚ ਆ। ਸੋ ਉਸਨੇ 3 ਵਾਰ ਕੀਤੇ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਉੱਪਰ ਆ। ਸੋ ਉਹਦੇ ਪਹਿਲਾ ਵਾਰ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਘੋੜੇ ਤੇ ਥੋੜਾ ਜਿਹਾ ਜ਼ਖਮ ਹੋਇਆ ਹੈ। ਦੂਜਾ ਵਾਰ ਕੀਤਾ ਕਲਗੀਧਰ ਪਾਤਸ਼ਾਹ ਜੀ ਦੇ ਜਿਹੜਾ ਕੰਨ ਸੀ, ਕੰਨ ਤੇ ਮਾੜਾ ਜਿਹਾ ਖਹਿ ਕਰਕੇ ਗਿਆ ਹੈ ਤੀਰ, ਥੋੜਾ ਜਿਹੀਆਂ ਕੁਝ ਕੁ ਬੂੰਦਾਂ ਲਹੂ ਦੀਆਂ ਨਿਕਲੀਆਂ ਹਨ। ਸੋ ਇਸ ਤਰ੍ਹਾਂ ਤੀਜਾ ਵਾਰ ਕੀਤਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਛਾਤੀ ਨੂੰ ਤੱਕ ਕਰਕੇ। ਸੋ ਜਿਹੜਾ ਕਮਰ ਕੱਸਾ ਬੰਨਿਆ ਸੀ ਕਲਗੀਧਰ ਪਾਤਸ਼ਾਹ ਜੀ ਨੇ, ਕਮਰ ਕੱਸੇ ਦੇ ਥੱਲੇ ਜਿਹੜਾ ਭੱਥੇ ਦਾ ਜਿਹੜਾ ਗਾਤਰਾ ਸੀ, ਸੋ ਉਸ ਦੀ ਸੇਧ ਨੂੰ ਲੈਂਦਿਆਂ ਕਮਰ ਕੱਸੇ ਦੇ ਵਿੱਚੋਂ ਉਸ ਨੂੰ ਵਿੰਨਦਿਆਂ ਹੋਇਆ ਜਿਹੜੀ ਪੇਟੀ ਪਾਈ ਸੀ, ਪੇਟੀ ਤੱਕ ਜਾ ਵੱਜਾ ਹੈ। ਸੋ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਰੀਰ ਨੂੰ ਥੋੜਾ ਮਾਮੂਲੀ ਜਿਹਾ ਉਹ ਤੀਰ ਚੁਭਿਆ ਹੈ, ਪੇਟੀ ਨੂੰ ਵਿੰਨਦਿਆਂ ਹੋਇਆ, ਗਾਤਰੇ ਨੂੰ, ਕਮਰ ਕੱਸੇ ਨੂੰ ਵਿੰਨਦਿਆਂ ਹੋਇਆ ਸਰੀਰ ਨੂੰ ਥੋੜਾ ਮਾਮੂਲੀ ਜਿਹਾ ਤੀਰ ਲੱਗਾ ਦੀ ਚੁੰਝ ਚੁਭੀ ਹੈ। ਸੋ ਕਲਗੀਧਰ ਪਾਤਸ਼ਾਹ ਜੀ ਨੂੰ ਜਦੋਂ ਜਬੇ ਬਾਣ ਲੱਗ ਗਿਓ ਤਬਾ ਰੋਸ ਜਾਗਿਓ। ਸੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਭਾਰੀ ਵੀਰ ਰਸ ਜਾਗਿਆ ਹੈ। ਇੱਕੋ ਵਾਰ ਕੀਤਾ ਹੈ, ਸੋ ਉਸ ਨੂੰ ਲਲਕਾਰਿਆ ਹਰੀ ਚੰਦ ਤੇ। ਸੋ ਇੱਕੋ ਤੀਰ ਦਾ ਵਾਰ ਕੀਤਾ ਹੈ, ਵੈਰੀ ਨੂੰ ਮਾਰ ਮੁਕਾਇਆ ਯੁੱਧ ਭੂਮੀ ਦੇ ਵਿੱਚ। ਜੋ ਇਸ ਤਰ੍ਹਾਂ ਬਹੁਤ ਜ਼ਿਆਦਾ ਬੜੀ ਤਗੜਾ ਯੋਧਾ ਸੀ ਇਹ ਪਹਾੜੀ ਰਾਜਿਆਂ ਦਾ। ਸੋ ਇਹ ਪਹਾੜੀ ਰਾਜਾ ਸੀ ਹਰੀ ਚੰਦ ਰਾਜਾ, ਬੜਾ ਤਗੜਾ ਯੋਧਾ ਕਹਾਉਂਦਾ ਸੀ ਆਪਣੇ ਆਪ ਨੂੰ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸ ਦਾ ਵੱਧ ਕਰ ਦਿੱਤਾ ਹੈ, ਯੁੱਧ ਭੂਮੀ ਦੇ ਵਿੱਚ ਉਸ ਨੂੰ ਮਾਰ ਮੁਕਾਇਆ ਹੈ। ਸੋ ਇੱਧਰ ਸੂਰਮਿਆਂ ਨੇ ਬਹੁਤ ਉੱਚੀ ਉੱਚੀ ਰੌਲਾ ਪਾਇਆ, ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਆਪ ਜੀ ਦੀ ਜਿੱਤ ਹੈ, ਜਿੱਤ ਹੋ ਗਈ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪ ਜੀ ਯੁੱਧ ਨੂੰ ਜਿੱਤ ਗਏ, ਯੁੱਧ ਭੂਮੀ ਨੂੰ ਜਿੱਤ ਗਏ ਹੋ। ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਖਿਆ ਸੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਦੀ ਜਿੱਤ ਹੋਈ ਹੈ, ਸੱਚੇ ਪਰਮੇਸ਼ਰ ਦੀ, ਅਕਾਲ ਪੁਰਖ ਵਾਹਿਗੁਰੂ ਦੀ ਜਿੱਤ ਹੋਈ ਹੈ। ਸੋ ਸਾਡੀ ਕੋਈ ਜਿੱਤ ਨਹੀਂ। ਸੋ ਇਸ ਤਰ੍ਹਾਂ ਇਸ ਪਰਮੇਸ਼ਰ ਨੇ ਹੀ ਜਿੱਤ ਬਖਸ਼ਿਸ਼ ਕੀਤੀ ਹੈ। ਸ੍ਰੀ ਸਾਹਿਬ ਦੀ ਧੁਜਾ ਵਾਲੇ ਪਰਮੇਸ਼ਰ ਨੇ ਜਿੱਤ ਬਖਸ਼ਿਸ਼ ਕੀਤੀ ਹੈ। ਸੋ ਇਸੇ ਤਰ੍ਹਾਂ ਇੱਥੋਂ ਤੱਕ ਕਥਾ ਵਿਚਾਰਾਂ ਦੇ ਪ੍ਰਸੰਗ ਆਏ ਨੇ। ਕਥਾ ਵਿਚਾਰਾਂ ਕਰਦਿਆਂ ਸੋ ਇੱਕ ਨਹੀਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹਨ, ਅਣਜਾਣ ਬੱਚੇ ਸਮਝ ਕੇ ਮੁਆਫ ਕਰਨੇ। ਸੋ ਇਸੇ ਤਰ੍ਹਾਂ ਹੀ ਸੋ ਕੱਲ ਦੇ ਦੀਵਾਨਾਂ ਦੇ ਵਿੱਚ ਜਿਹੜਾ ਰਹਿੰਦਾ ਯੁੱਧ ਦਾ ਪ੍ਰਸੰਗ ਆਵੇਗਾ, ਕੱਲ ਦੇ ਦੀਵਾਨਾਂ ਦੇ ਵਿੱਚ ਆਪਾਂ ਸ਼ਰਵਣ ਕਰਾਂਗੇ। ਕਥਾ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਮੁਆਫ ਕਰਨੀਆਂ। ਭੁੱਲਣ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾਰ। 2 ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੇ। ਕਹਾ ਲਉ ਉਚਾਰੈ ਪਰੀ ਲੋਹ ਮਾਰੈ, ਗੁਰੂ ਜੀਤ ਹੋਈ ਦਲੰਗ ਜਾਨ ਦੋਈ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।